सत श्री अकाल प्यारे विद्यार्थियों। प्यारे बच्चों, अज असी लाजमी पंजाबी 11वीं पाठ पुस्तक दे विच जो दंत कथावां हन उन्हां दे उपर एक वीडियो बनाउण जा रहे हैं। आओ असी पहलां दंत कथावां बारे जाणदे हां ते फिर पढ़दे हां तुहाडे सिलेबस अनुसार दित्तियां गईयां दंत कथावां। दंत कथावां लोक कथावां ਸਾਹਿਤ ਦਾ ਬਹੁਤ ਰੌਚਕ ਅਤੇ ਵਿਚਿੱਤਰ ਰੂਪ ਹੈ। ਪੰਜਾਬੀ ਲੋਕ ਸਾਹਿਤ ਵਿੱਚ ਦੰਤ ਕਥਾਵਾਂ ਦਾ ਵੱਡਾ ਖਜ਼ਾਨਾ ਹੈ। ਦੰਤ ਕਥਾ ਇਤਿਹਾਸ ਦੇ ਸ਼ਿਲਪ ਦਾ ਸੁਮੇਲ ਹੁੰਦੀ ਹੈ। ਦੰਤ ਕਥਾ ਦੀ ਕਹਾਣੀ ਦਾ ਆਧਾਰ ਇਤਿਹਾਸ ਦਾ ਕੋਈ ਤੱਥ ਹੁੰਦਾ ਹੈ। ਉਹ ਤੱਥ ਜੋ ਲੋਕ ਮਨ ਨੂੰ ਟੁੰਬਦਾ ਹੈ। ਫਿਰ ਉਸ ਦੁਆਲੇ ਹੌਲੀ ਹੌਲੀ ਗਲਪ ਦੀ ਚਾਸ਼ਨੀ ਚਾੜ੍ਹਨੀ ਸ਼ੁਰੂ ਹੋ ਜਾਂਦੀ ਹੈ। ਪੀੜ੍ਹੀ ਦਰ ਪੀੜ੍ਹੀ ਦੰਤ ਕਥਾ ਦੀ ਕਹਾਣੀ ਸੁਣੀ ਸੁਣਾਈ ਜਾਂਦੀ ਹੈ। ਨਾਲੋਂ ਨਾਲ ਲੋਕ ਆਪਣੀ ਕਲਪਨਾ ਨਾਲ ਇਸ ਕਹਾਣੀ ਵਿੱਚ ਵਾਧੇ ਘਾਟੇ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਮੂਲ ਕਹਾਣੀ ਨਾਲ ਜੋੜ ਤੋੜ ਕੇ ਲੋਕ ਮਨਾਂ ਨੇ ਜਿਹੜਾ ਨਵਾਂ ਸਰੂਪ ਉਸ ਕਹਾਣੀ ਨੂੰ ਬਖਸ਼ਿਆ ਹੁੰਦਾ ਹੈ, ਉਹ ਲੋਕਾਂ ਦੇ ਭਾਵਾਂ, ਕਲਪਨਾਵਾਂ, ਵਿਸ਼ਵਾਸਾਂ ਅਤੇ ਆਦਰਸ਼ਾਂ ਦਾ ਪ੍ਰਗਟਾਵਾ ਹੋਣ ਕਾਰਨ ਮਹੱਤਵਪੂਰਨ ਹੁੰਦਾ ਹੈ। ਹਰ ਯੁੱਗ ਦੀਆਂ ਪ੍ਰਧਾਨ ਰੁਚੀਆਂ ਮੁਤਾਬਕ ਦੰਤ ਕਥਾਵਾਂ ਬਣੀਆਂ ਹੋਈਆਂ ਹਨ। ਇਸ ਕਾਰਨ ਹੀ ਪੰਜਾਬੀਆਂ ਦੀਆਂ ਦੰਤ ਕਥਾਵਾਂ ਅਨੇਕ ਭਾਂਤੀ ਹਨ। ਪ੍ਰੇਮ ਭਾਵ ਨੂੰ ਉਜਾਗਰ ਕਰਦੀਆਂ ਦੰਤ ਕਥਾਵਾਂ ਸਾਡੀਆਂ ਪ੍ਰੀਤ ਕਹਾਣੀਆਂ ਹਨ। ਜੋਗ ਮਤ ਦੇ ਪ੍ਰਭਾਵ ਹੇਠ ਗੋਪੀਨਾਥ, ਭਰਥਰੀ ਹਰੀ, ਗੋਰਖਨਾਥ, ਪੂਰਨ ਜੋਗੀ ਜਿਹੀਆਂ ਦੰਤ ਕਥਾਵਾਂ ਪ੍ਰਚਲਿਤ ਹੋਈਆਂ ਹਨ। ਵੀਰ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਰਾਜਾ ਰਸਾਲੂ, ਦੁੱਲਾ ਭੱਟੀ ਜਿਹੀਆਂ ਦੰਤ ਕਥਾਵਾਂ ਹਨ। ਵਿਦਵਾਨਾਂ ਨੇ ਪੰਜਾਬੀ ਦੀਆਂ ਦੰਤ ਕਥਾਵਾਂ ਦੇ ਕਈ ਵਰਗ ਕੀਤੇ ਹਨ। ਆਮ ਪੰਜਾਬੀਆਂ ਵਿੱਚ ਉਹ ਦੰਤ ਕਥਾਵਾਂ ਜ਼ਿਆਦਾ ਹਰਮਨ ਪਿਆਰੀਆਂ ਰਹੀਆਂ ਹਨ, ਜਿਨ੍ਹਾਂ ਦੇ ਨਾਇਕਾਂ ਵਿੱਚ ਭਰਪੂਰ ਜੀਵਨ ਸ਼ਕਤੀ, ਜੀਵਨ ਪ੍ਰੇਮ, ਸੰਜਮ, ਸਾਹਸ, ਅਣਖ, ਵੀਰਤਾ ਜਿਹੇ ਗੁਣਾਂ ਦਾ ਸੁਮੇਲ ਹੋਵੇ। ਇਸ ਇੰਟਰੋਡਕਸ਼ਨ ਨਾਲ ਸੰਬੰਧਿਤ ਆਓ ਕਰਦੇ ਹਾਂ ਕੁਝ ਵਸਤੂਨਿਸ਼ਟ ਪ੍ਰਸ਼ਨ। ਇਤਿਹਾਸ ਅਤੇ ਗਲਪ ਦਾ ਸੁਮੇਲ ਹੁੰਦਾ ਹੈ ਦੰਤ ਕਥਾ ਵਿੱਚ। ਗੋਪੀਨਾਥ, ਭਰਥਰੀ ਹਰੀ, ਗੋਰਖਨਾਥ, ਪੂਰਨ ਜੋਗੀ ਕਿਸ ਦੇ ਪ੍ਰਭਾਵ ਹੇਠ ਪ੍ਰਚਲਿਤ ਦੰਤ ਕਥਾਵਾਂ ਹਨ? ਜੋਗ ਮਤ ਦੇ। ਵੀਰ ਭਾਵਨਾ ਨੂੰ ਉਜਾਗਰ ਕਰਦੀ ਕਿਸੇ ਦੰਤ ਕਥਾ ਦਾ ਨਾਂ ਲਿਖੋ। ਰਾਜਾ ਰਸਾਲੂ, ਦੁੱਲਾ ਭੱਟੀ। ਪੰਜਾਬ ਦੀ ਕਿਸੇ ਹਰਮਨ ਪਿਆਰੀ ਦੰਤ ਕਥਾ ਦਾ ਨਾਂ ਲਿਖੋ। ਪੂਰਨ ਭਗਤ। ਪੰਜਾਬੀ ਵਿੱਚ ਜੋਗੀਆਂ ਨਾਲ ਸੰਬੰਧਿਤ ਕਿਸੇ ਦੰਤ ਕਥਾ ਦਾ ਨਾਂ ਲਿਖੋ। ਪੂਰਨ ਭਗਤ। ਕਿਹੜੀ ਦੰਤ ਕਥਾ ਦੇ ਆਧਾਰ 'ਤੇ ਕਾਦਰਯਾਰ ਨੇ ਕਿੱਸਾ ਲਿਖਿਆ? ਪੂਰਨ ਭਗਤ। ਪੂਰਨ ਭਗਤ ਦੀ ਦੰਤ ਕਥਾ ਦੇ ਆਧਾਰ 'ਤੇ ਲੂਣਾ ਦਾ ਮਹਾਂਕਾਵਿ ਲਿਖਣ ਵਾਲਾ ਕਵੀ ਹੈ ਸ਼ਿਵ ਕੁਮਾਰ ਬਟਾਲਵੀ। ਪੂਰਨਨਾਥ ਜੋਗੀ ਰਚਨਾ ਕਿਸ ਆਧੁਨਿਕ ਪੰਜਾਬੀ ਕਵੀ ਦੀ ਹੈ? ਪ੍ਰੋਫੈਸਰ ਪੂਰਨ ਸਿੰਘ ਜੀ। ਸੋ ਆਓ ਬੇਟਾ ਅਸੀਂ ਪੜ੍ਹਦੇ ਹਾਂ ਅੱਗੇ ਤੁਹਾਡੀਆਂ ਸਿਲੇਬਸ ਵਿੱਚ ਦਿੱਤੀਆਂ ਹੋਈਆਂ ਦੰਤ ਕਥਾਵਾਂ। ਸੋ ਬੇਟਾ ਜਿਹੜਾ ਇਹ ਵੀਡੀਓ ਆ ਇਹ ਥੋੜ੍ਹੀ ਲੰਮੀ ਜਾ ਸਕਦੀ ਹੈ, ਇਸ ਕਰਕੇ ਮੇਰੇ ਵੱਲੋਂ ਜਿਹੜੀ ਐਕਸਪਲੇਨੇਸ਼ਨ ਆ ਉਹ ਘੱਟ ਕੀਤੀ ਜਾਊਗੀ। ਜਿਵੇਂ ਵੀ ਸਾਡੇ ਕੋਲ ਇਹ ਮੈਟਰ ਲਿਖਿਆ ਆਪਾਂ ਇਹਨੂੰ ਉਸੇ ਤਰ੍ਹਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਆਓ ਪੜ੍ਹਦੇ ਹਾਂ ਕਥਾ ਪੂਰਨ ਭਗਤ। ਸਿਆਲਕੋਟ ਦੇ ਰਾਜੇ ਸਲਵਾਨ ਦੀਆਂ ਦੋ ਰਾਣੀਆਂ ਸਨ, ਇੱਕ ਇਛਰਾ ਅਤੇ ਦੂਜੀ ਲੂਣਾ। ਰਾਣੀ ਲੂਣਾ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਂ ਪੂਰਨ ਰੱਖਿਆ ਗਿਆ। ਕਹਿੰਦੇ ਹਨ ਕਿ ਜੋਤਸ਼ੀਆਂ ਨੇ ਰਾਜੇ ਸਲਵਾਨ ਨੂੰ ਇਹ ਵਹਿਮ ਪਾ ਦਿੱਤਾ ਕਿ 12 ਵਰ੍ਹਿਆਂ ਤੱਕ ਪੁੱਤਰ ਦਾ ਮੂੰਹ ਵੇਖਣਾ ਉਸ ਲਈ ਅਸ਼ੁਭ ਹੋਵੇਗਾ।
ਇਹ ਵੀ ਕਿਹਾ ਜਾਂਦਾ ਹੈ ਕਿ ਜੋਤਸ਼ੀਆਂ ਨੇ ਪੂਰਨ ਨੂੰ ਰਾਜੇ ਤੋਂ ਦੂਰ ਰੱਖਣ ਦੀ ਸਾਜ਼ਿਸ਼ ਲੂਣਾ ਨੇ ਘੜੀ ਸੀ। ਫਲਸਰੂਪ ਰਾਜੇ ਸਲਵਾਨ ਨੇ ਪੂਰਨ ਨੂੰ 12 ਵਰ੍ਹਿਆਂ ਤੱਕ ਭੋਰੇ ਵਿੱਚ ਰੱਖਣ ਦਾ ਹੁਕਮ ਦਿੱਤਾ। 12 ਵਰ੍ਹੇ ਬੀਤਣ ਪਿੱਛੋਂ ਪੂਰਨ ਭੋਰਿਓਂ ਨਿਕਲ ਕੇ ਪਿਤਾ ਨੂੰ ਮਿਲਣ ਲਈ ਗਿਆ। ਪਿਤਾ ਨੇ ਪੂਰਨ ਨੂੰ ਪਿਆਰ ਕੀਤਾ ਅਤੇ ਕਿਹਾ ਕਿ ਉਹ ਆਪਣੀਆਂ ਮਾਵਾਂ ਨੂੰ ਮਿਲ ਕੇ ਆਵੇ। ਪਹਿਲਾਂ ਉਹ ਲੂਣਾ ਦੇ ਮਹਿਲਾਂ ਵਿੱਚ ਜਾਵੇ ਅਤੇ ਫਿਰ ਰਾਣੀ ਇੱਛਰਾਂ ਨੂੰ ਮਿਲੇ। ਆਪਣੇ ਪਿਤਾ ਦੇ ਹੁਕਮ ਅਨੁਸਾਰ ਪੂਰਨ ਲੂਣਾ ਨੂੰ ਪ੍ਰਣਾਮ ਕਰਨ ਗਿਆ, ਪਰ ਜਵਾਨ ਪੂਰਨ ਦੀ ਸੁੰਦਰਤਾ ਨੂੰ ਵੇਖ ਕੇ ਲੂਣਾ ਦੰਗ ਰਹਿ ਗਈ। ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਦੇਖਣ ਲੱਗੀ, ਪਰ ਪੂਰਨ ਦੀਆਂ ਨਜ਼ਰਾਂ ਵਿੱਚ ਉਹ ਇੱਕ ਮਾਂ ਸੀ। ਪੂਰਨ ਨਿਰਾਸ਼ ਹੋ ਕੇ ਕਾਹਲੀ ਕਾਹਲੀ ਲੂਣਾ ਦੇ ਮਹਿਲਾਂ ਤੋਂ ਨਿਕਲ ਆਇਆ। ਲੂਣਾ ਨੂੰ ਇਸ ਗੱਲੋਂ ਬਹੁਤ ਗੁੱਸਾ ਆਇਆ ਕਿ ਪੂਰਨ ਨੇ ਉਸ ਦੀ ਇੱਛਾ ਨੂੰ ਠੁਕਰਾ ਦਿੱਤਾ ਹੈ। ਉਸ ਨੇ ਉਸ ਤੋਂ ਬਦਲਾ ਲੈਣ ਦੀ ਠਾਣ ਲਈ। ਉਸ ਨੇ ਆਪਣੇ ਕੱਪੜੇ ਪਾੜ ਕੇ ਵਾਲ ਖਿਲਾਰ ਲਏ ਅਤੇ ਰਾਜੇ ਦੇ ਮਹਿਲਾਂ ਵਿੱਚ ਆਉਣ ਤੱਕ ਮੰਦਾ ਹਾਲ ਕਰਕੇ ਪੈ ਗਈ। ਰਾਜੇ ਦੁਆਰਾ ਉਸ ਦੇ ਹਾਲੋਂ ਬੇਹਾਲ ਹੋਣ ਦਾ ਕਾਰਨ ਪੁੱਛਣ 'ਤੇ ਲੂਣਾ ਨੇ ਊਜ ਲਾਉਂਦਿਆਂ ਕਿਹਾ ਕਿ ਪੂਰਨ ਮਾਂ ਪੁੱਤਰ ਦੇ ਰਿਸ਼ਤੇ ਦਾ ਸਤਿਕਾਰ ਭੁੱਲ ਕੇ ਉਸ ਦੀ ਸੁੰਦਰਤਾ ਵੇਖ ਕੇ ਉਸ 'ਤੇ ਡੁੱਲ ਗਿਆ। ਰਾਜੇ ਸਲਵਾਨ ਨੇ ਲੂਣਾ ਦੀਆਂ ਤੁਹਮਤਾਂ ਨੂੰ ਸੱਚ ਮੰਨ ਕੇ ਤਤਕਾਲ ਪੂਰਨ ਨੂੰ ਸੱਦਿਆ ਅਤੇ ਬਿਨਾਂ ਉਸ ਦੀ ਗੱਲ ਸੁਣੇ ਜਲਾਦਾਂ ਦੇ ਹਵਾਲੇ ਕਰਕੇ ਹੁਕਮ ਦੇ ਦਿੱਤੇ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿੱਚ ਸੁੱਟ ਦੇਣ। ਜਲਾਦ ਪੂਰਨ ਨੂੰ ਫੜ ਕੇ ਲੈ ਗਏ। ਉਹਨਾਂ ਨੂੰ ਪਤਾ ਸੀ ਕਿ ਪੂਰਨ ਨਿਰਦੋਸ਼ ਹੈ। ਉਹਨਾਂ ਉਸ ਨੂੰ ਜਾਨੋਂ ਮਾਰਨ ਦੀ ਥਾਂ ਉਸ ਦੇ ਹੱਥ ਪੈਰ ਕੱਟ ਕੇ ਉਸ ਨੂੰ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ। ਸਮਾਂ ਪਾ ਕੇ ਉਸ ਰਾਹੋਂ ਜੋਗੀ ਗੋਰਖਨਾਥ ਅਤੇ ਉਸ ਦੇ ਚੇਲਿਆਂ ਦੀ ਟੋਲੀ ਲੰਘੀ। ਉਹਨਾਂ ਨੇ ਖੂਹ ਵਿੱਚੋਂ ਹਾਏ ਹਾਏ ਦੀ ਦਰਦ ਭਰੀ ਆਵਾਜ਼ ਸੁਣ ਕੇ ਉਸ ਵਿੱਚ ਪੂਰਨ ਨੂੰ ਵੇਖਿਆ। ਗੁਰੂ ਗੋਰਖਨਾਥ ਦੇ ਪੁੱਛਣ 'ਤੇ ਪੂਰਨ ਨੇ ਆਪਣੀ ਸਾਰੀ ਹੱਡ-ਬੀਤੀ ਸੁਣਾਈ। ਗੁਰੂ ਗੋਰਖਨਾਥ ਨੇ ਪੂਰਨ ਦਾ ਸੱਚ ਪਰਖਣ ਲਈ ਕੱਚੇ ਸੂਤਰ ਦੀ ਧਾਗਾ ਖੂਹ ਵਿੱਚ ਲਮਕਾਇਆ। ਪੂਰਨ ਕੱਚੇ ਧਾਗੇ ਨੂੰ ਫੜ ਕੇ ਖੂਹ ਵਿੱਚੋਂ ਬਾਹਰ ਆ ਗਿਆ। ਗੁਰੂ ਗੋਰਖਨਾਥ ਨੇ ਆਪਣੀ ਸ਼ਕਤੀ ਨਾਲ ਉਸ ਨੂੰ 9 ਵਾਰ 9 ਕਰ ਦਿੱਤਾ। ਇਸ ਪਿੱਛੋਂ ਪੂਰਨ ਗੁਰੂ ਗੋਰਖਨਾਥ ਤੋਂ ਲੈ ਕੇ ਜੋਗ ਲੈ ਕੇ ਉਹ ਜੋਗੀ ਬਣ ਗਿਆ। ਗੁਰੂ ਗੋਰਖਨਾਥ ਨੇ ਹੋਰ ਚੇਲਿਆਂ ਵਾਂਗ ਪੂਰਨ ਵੀ ਸਮੇਂ-ਸਮੇਂ ਨਗਰਾਂ ਵਿੱਚ ਭਿੱਖਿਆ ਲੈਣ ਜਾਂਦਾ। ਇੱਕ ਵਾਰੀ ਪੂਰਨ ਰਾਣੀ ਸੁੰਦਰਾਂ ਦੇ ਮਹਿਲਾਂ ਵਿੱਚ ਭਿੱਖਿਆ ਮੰਗਣ ਲਈ ਗਿਆ। ਰਾਣੀ ਪੂਰਨ ਦੇ ਰੂਪ ਅਤੇ ਤੇਜ ਨੂੰ ਵੇਖ ਕੇ ਉਸ ਉੱਤੇ ਡੁੱਲ ਗਈ। ਉਸ ਨੇ ਮੋਤੀਆਂ ਦਾ ਭਰਿਆ ਥਾਲ ਉਸ ਦੀ ਝੋਲੀ ਪਾ ਦਿੱਤਾ। ਪੂਰਨ ਨੇ ਮੋਤੀ ਗੁਰੂ ਗੋਰਖਨਾਥ ਅੱਗੇ ਢੇਰੀ ਕੀਤੇ। ਗੁਰੂ ਗੋਰਖਨਾਥ ਨੇ ਪੂਰਨ ਨੂੰ ਕਿਹਾ ਕਿ ਮੋਤੀ ਉਹਨਾਂ ਦੇ ਕਿਸੇ ਕੰਮ ਨਹੀਂ, ਉਹਨਾਂ ਨੂੰ ਭੋਜਨ ਦੀ ਜ਼ਰੂਰਤ ਹੈ। ਪੂਰਨ ਮੋਤੀ ਲੈ ਕੇ ਵਾਪਸ ਸੁੰਦਰਾਂ ਦੇ ਮਹਿਲੀਂ ਜਾ ਪੁੱਜਾ ਅਤੇ ਉਸ ਤੋਂ ਮੋਤੀਆਂ ਦੀ ਥਾਂ ਭੋਜਨ ਦੀ ਮੰਗ ਕੀਤੀ। ਸੁੰਦਰਾ ਖੂਬ ਪਕਵਾਨ ਬਣਾ ਕੇ ਆਪ ਗੋਰਖਨਾਥ ਦੇ ਡੇਰੇ ਆ ਪੁੱਜੀ ਅਤੇ ਬੜੇ ਪਿਆਰ ਨਾਲ ਸਾਰੇ ਜੋਗੀਆਂ ਨੂੰ ਭੋਜਨ ਛਕਾਇਆ। ਗੋਰਖਨਾਥ ਸੁੰਦਰਾ ਦੀ ਸਰਧਾ ਨੂੰ ਵੇਖ ਕੇ ਤਰੁੱਠ ਪਿਆ ਅਤੇ ਬੜੇ ਪਿਆਰ ਨਾਲ ਉਸ ਨੇ ਸੁੰਦਰਾ ਦੀ ਮੰਗ ਅਨੁਸਾਰ ਉਸ ਨੂੰ ਪੂਰਨ ਬਖਸ਼ ਦਿੱਤਾ। ਸੁੰਦਰਾ ਖੁਸ਼ੀ ਪੂਰਨ ਨੂੰ ਨਾਲ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਈ, ਪਰ ਪੂਰਨ ਨੂੰ ਸੁੰਦਰਾ ਦੇ ਮਹਿਲੀਂ ਕੋਈ ਖੁਸ਼ੀ ਨਹੀਂ ਮਿਲ ਰਹੀ ਸੀ। ਸੁੰਦਰਾ ਨੇ ਪੂਰਨ ਨੂੰ ਕਿਹਾ ਕਿ ਉਹ ਉਸ ਦੇ ਖੁਸ਼ ਰਹਿਣ 'ਤੇ ਹੀ ਖੁਸ਼ ਹੋ ਸਕੇਗੀ। ਪੂਰਨ ਸਾਰੇ ਅਡੰਬਰਾਂ ਤੋਂ ਮੁਕਤ ਰਹਿਣ ਦੀ ਆਪਣੀ ਇੱਛਾ ਸੁੰਦਰਾ ਨੂੰ ਦੱਸਦਾ ਹੈ। ਸੁੰਦਰਾ ਨੇ ਕੋਈ
ਉਜ਼ਰ ਨਾ ਕੀਤਾ ਅਤੇ ਪੂਰਨ ਮੁੜ ਗੁਰੂ ਗੋਰਖਨਾਥ ਕੋਲ ਆ ਗਿਆ। ਲੰਮਾ ਸਮਾਂ ਬੀਤਣ ਮਗਰੋਂ ਇੱਕ ਵਾਰੀ ਪੂਰਨ ਜੋਗੀ, ਜੋ ਕਿ ਇੱਕ ਭਗਤ ਦੇ ਤੌਰ 'ਤੇ ਪ੍ਰਸਿੱਧ ਹੋ ਚੁੱਕਾ ਸੀ, ਸਿਆਲਕੋਟ ਵਿੱਚ ਗਿਆ। ਪੂਰਨ ਦੇ ਆਉਣ ਨਾਲ ਰਾਜੇ ਦਾ ਸੁੱਕਾ ਬਾਗ ਹਰਾ ਹੋ ਗਿਆ। ਰਾਣੀ ਇੱਛਰਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨ੍ਹੀ ਹੋ ਚੁੱਕੀ ਸੀ। ਉਹ ਪੂਰਨ ਭਗਤ ਦੇ ਦਰਸ਼ਨਾਂ ਲਈ ਆਈ। ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣ ਕੇ ਇੱਛਰਾਂ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੀਆਂ ਅੱਖਾਂ ਠੀਕ ਹੋ ਗਈਆਂ। ਉੱਧਰ ਔਲਾਦ ਨਾ ਹੋਣ ਕਰਕੇ ਨਿਰਾਸ਼ ਹੋਈ ਲੂਣਾ ਵੀ ਰਾਜੇ ਸਲਵਾਨ ਨੂੰ ਨਾਲ ਲੈ ਕੇ ਪੂਰਨ ਭਗਤ ਕੋਲ ਆ ਪਹੁੰਚੀ। ਪੂਰਨ ਭਗਤ ਨੇ ਕਿਹਾ ਕਿ ਰਾਜਾ ਸਲਵਾਨ ਦੇ ਇੱਕ ਪੁੱਤਰ ਪਹਿਲਾਂ ਹੈ ਸੀ, ਹੁਣ ਉਹ ਦੁਬਾਰਾ ਪੁੱਤਰ ਮੰਗਣ ਕਿਉਂ ਆਏ ਹਨ। ਹੁਣ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਲਿਆ ਅਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ। ਪੂਰਨ ਨੇ ਲੂਣਾ ਨੂੰ ਚੌਲਾਂ ਦਾ ਇੱਕ ਦਾਣਾ ਖਾਣ ਲਈ ਦਿੱਤਾ ਅਤੇ ਆਸ਼ੀਰਵਾਦ ਦਿੱਤਾ ਕਿ ਉਹਨਾਂ ਦੇ ਘਰ ਇੱਕ ਮਹਾਬਲੀ ਪੁੱਤਰ ਪੈਦਾ ਹੋਵੇਗਾ। ਪੂਰਨ ਭਗਤ ਦੇ ਇਸ ਵਰ ਸਦਕਾ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ, ਜੋ ਕਿ ਪਿੱਛੋਂ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਸਮੇਂ ਪੂਰਨ ਭਗਤ ਨੇ ਰਾਜਾ ਸਲਵਾਨ ਨੂੰ ਆਪਣੇ ਬਾਰੇ ਦੱਸ ਦਿੱਤਾ। ਰਾਜਾ ਸਲਮਾਨ ਨੇ ਪੂਰਨ ਨੂੰ ਆਪਣਾ ਰਾਜ ਸੰਭਾਲਣ ਲਈ ਕਿਹਾ, ਪਰ ਉਸਨੇ ਨਿਮਰਤਾ ਨਾਲ ਕਿਹਾ ਕਿ ਉਹ ਤਿਆਗੀ ਹੈ ਅਤੇ ਮਾਇਆ ਦੇ ਬੰਧਨਾਂ ਨਾਲ ਉਸ ਦਾ ਕੋਈ ਮੋਹ ਨਹੀਂ। ਕੁਝ ਦਿਨ ਉੱਥੇ ਰਹਿ ਕੇ ਪੂਰਨ ਇਹ ਕਹਿੰਦਾ ਅੱਗੇ ਚੱਲ ਪਿਆ, ਜੋਗੀ ਚੱਲਦੇ ਭਲੇ ਨਗਰ ਵਸਦੇ ਭਲੇ। ਸੋ ਇਹ ਸੀ ਬੇਟਾ ਕਿੱਸਾ ਪੂਰਨ ਭਗਤ। ਸੋ ਇਹਦੇ ਨਾਲ ਸੰਬੰਧਿਤ ਵਸਤੂਨਿਸ਼ਟ ਜਿਹੜੇ ਪ੍ਰਸ਼ਨ ਨੇ ਆਓ ਆਪਾਂ ਕਰਦੇ ਹਾਂ। ਪੂਰਨ ਭਗਤ ਰਾਜਾ ਰਸਾਲੂ ਦੁੱਲਾ ਭੱਟੀ ਕਿਸ ਪ੍ਰਕਾਰ ਦੀ ਰਚਨਾ ਹੈ? ਦੰਤ ਕਥਾ। ਪੂਰਨ ਭਗਤ ਦੇ ਪਿਤਾ ਦਾ ਕੀ ਨਾਮ ਸੀ? ਸਲਵਾਨ। ਸਲਵਾਨ ਕਿੱਥੋਂ ਦਾ ਰਾਜਾ ਸੀ? ਸਿਆਲਕੋਟ ਦਾ। ਸਲਵਾਨ ਦੀਆਂ ਕਿੰਨੀਆਂ ਰਾਣੀਆਂ ਸਨ? 2। ਸਲਵਾਨ ਦੀਆਂ ਦੋਹਾਂ ਰਾਣੀਆਂ ਦੇ ਨਾਂ ਲਿਖੋ, ਇੱਛਰਾ ਤੇ ਲੂਣਾ। ਪੂਰਨ ਭਗਤ ਦਾ ਮਾਂ ਦਾ ਨਾਂ ਕੀ ਸੀ? ਪੂਰਨ ਭਗਤ ਦੀ ਮਾਂ ਦਾ ਨਾਂ ਕੀ ਸੀ? ਇੱਛਰਾ। ਇੱਛਰਾਂ। ਪੂਰਨ ਭਗਤ ਦੀ ਮਤਰੇਈ ਮਾਂ ਦਾ ਕੀ ਨਾਂ ਸੀ? ਲੂਣਾ। ਪੂਰਨ ਨੂੰ ਕਿੰਨੇ ਸਾਲਾਂ ਲਈ ਭੋਰੇ ਵਿੱਚ ਪਾਇਆ ਗਿਆ? 12 ਸਾਲਾਂ ਲਈ। ਲੂਣਾ ਕੀ ਦੇਖ ਕੇ ਦੰਗ ਰਹਿ ਗਈ? ਪੂਰਨ ਦੀ ਸੁੰਦਰਤਾ। ਲੂਣਾ ਪੂਰਨ ਨੂੰ ਕਿਸ ਰੂਪ ਵਿੱਚ ਦੇਖਣ ਲੱਗੀ? ਪ੍ਰੇਮੀ ਦੇ ਰੂਪ ਵਿੱਚ। ਪੂਰਨ ਦੁਆਰਾ ਲੂਣਾ ਦੀ ਇੱਛਾ ਠੁਕਰਾਉਣ ਮਗਰੋਂ ਉਹ ਪੂਰਨ ਭਗਤ ਵਿਰੁੱਧ ਕਿਸ ਭਾਵਨਾ ਨਾਲ ਭਰ ਗਈ? ਬਦਲਾਖੋਰੀ ਦੀ ਭਾਵਨਾ ਨਾਲ। ਰਾਣੀ ਦੁਆਰਾ ਪੂਰਨ ਵਿਰੁੱਧ ਲਾਈ ਤੁਹਮਤ ਨੂੰ ਸੁਣ ਕੇ ਰਾਜੇ ਨੇ ਜਲਾਦਾਂ ਨੂੰ ਪੂਰਨ ਨੂੰ ਮਾਰ ਕੇ ਕਿੱਥੇ ਸੁੱਟਣ ਦਾ ਹੁਕਮ ਦਿੱਤਾ? ਖੂਹ ਵਿੱਚ। ਜਲਾਦਾਂ ਨੇ ਪੂਰਨ ਨੂੰ ਖੂਹ ਵਿੱਚ ਕਿਸ ਤਰ੍ਹਾਂ ਸੁੱਟਿਆ? ਹੱਥ ਪੈਰ ਕੱਟ ਕੇ। ਪੂਰਨ ਭਗਤ ਨੂੰ ਕਿਸ ਨੇ 9 ਵਾਰ 9 ਕੀਤਾ? ਜੋਗੀ ਗੋਰਖਨਾਥ ਨੇ। ਜੋਗੀ ਗੋਰਖਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕਿਸ ਤਰ੍ਹਾਂ ਕੱਢਿਆ? ਉੱਤਰ ਹੈ ਕੱਚੇ ਧਾਗੇ ਨਾਲ। ਜੋਗੀ ਕੀ ਦੇ ਕੇ ਜੈ ਜੈਕਾਰ ਕਰਨ ਲੱਗੇ? ਉੱਤਰ ਹੈ ਪੂਰਨ ਦਾ ਸੱਤ ਅਤੇ ਤੇਜ। ਪੂਰਨ ਨੂੰ ਕਿਹੜੀ ਰਾਣੀ ਗੋਰਖਨਾਥ ਕੋਲੋਂ ਲੈ ਕੇ ਗਈ? ਉੱਤਰ ਹੈ ਸੁੰਦਰਾਂ। ਸੁੰਦਰਾਂ ਨੇ ਪੂਰਨ ਦੀ ਝੋਲੀ ਵਿੱਚ ਕੀ ਪਾਇਆ ਸੀ? ਉੱਤਰ ਹੈ ਮੋਤੀਆਂ ਦਾ ਥਾਲ। ਪੂਰਨ ਭਗਤ ਦੇ ਠਹਿਰਨ ਨਾਲ ਰਾਜੇ ਦੇ ਸੁੱਕੇ ਬਾਗਾਂ ਨੂੰ ਕੀ ਹੋਇਆ? ਉੱਤਰ ਹੈ ਹਰਾ ਭਰਾ ਹੋ ਗਿਆ ਸੀ ਬਾਗ, ਜਾਂ ਬਾਗ ਹਰੇ ਭਰੇ ਹੋ ਗਏ। ਪੂਰਨ ਭਗਤ ਦੇ ਵਿਛੋੜੇ ਵਿੱਚ ਰਾਣੀ ਇੱਛਰਾਂ ਦੀ ਰੋ ਰੋ ਕੇ ਕੀ ਹਾਲਤ ਹੋਈ ਸੀ? ਉੱਤਰ ਹੈ ਉਹ ਅੰਨ੍ਹੀ ਹੋ ਗਈ ਸੀ। ਪੂਰਨ ਭਗਤ ਦੇ ਆਸ਼ੀਰਵਾਦ ਨਾਲ ਰਾਜੇ ਤੇ ਲੂਣਾ ਦੇ ਘਰ ਕਿਸ ਦਾ ਜਨਮ ਹੋਇਆ? ਉੱਤਰ ਹੈ ਰਾਜਾ ਰਸਾਲੂ ਦਾ। ਪੂਰਨ ਭਗਤ ਵੱਲੋਂ ਲੂਣਾ ਨੂੰ ਆਸ਼ੀਰਵਾਦ ਨਾਲ ਕੀ ਦਿੱਤਾ?
ਚੌਲਾਂ ਦਾ ਦਾਣਾ, ਇਹ ਉੱਤਰ ਹੈ। ਪੂਰਨ ਭਗਤ ਕਿਹੜੀ ਕਥਾ ਹੈ? ਉੱਤਰ ਹੈ ਦੰਤ ਕਥਾ। ਜੋਗੀ ਚਲਦੇ ਭਲੇ ਨਗਰ ਬਸਦੇ ਭਲੇ, ਤੁਕ ਕਿਸ ਦੰਤ ਕਥਾ ਦੀ ਹੈ? ਪੂਰਨ ਭਗਤ। ਸੋ ਅਗਲੀ ਬੇਟਾ ਜਿਹੜੀ ਇਹਦੇ ਵਿੱਚ ਕਥਾ ਹੈ ਉਹ ਹੈ ਰਾਜਾ ਰਸਾਲੂ ਦੀ। ਸੋ ਜਿਵੇਂ ਕਿ ਅਸੀਂ ਉੱਪਰ ਪੜ੍ਹ ਕੇ ਹਟੇ ਹਾਂ ਜਾਂ ਜਾਣਕਾਰੀ ਹਾਸਲ ਕੀਤੀ ਆ ਕਿ ਪੂਰਨ ਭਗਤ ਦੇ ਆਸ਼ੀਰਵਾਦ ਸਦਕਾ ਸਿਆਲਕੋਟ ਦੇ ਰਾਜੇ ਕੋਲ ਰਸਾਲੂ ਨਾਮ ਦਾ ਜਿਹੜਾ ਇੱਕ ਰਾਜਕੁਮਾਰ ਜਨਮ ਲੈਂਦਾ ਅਤੇ ਅੱਗੇ ਜਾ ਕੇ ਉਹ ਪ੍ਰਸਿੱਧ ਮਹਾਬਲੀ ਬਣਦਾ, ਜਿਸ ਦਾ ਨਾਮ ਹੈ ਰਾਜਾ ਰਸਾਲੂ। ਆਓ ਪੜ੍ਹਦੇ ਹਾਂ ਅਗਲੀ ਦੰਤ ਕਥਾ। ਪੂਰਨ ਭਗਤ ਦੇ ਆਸ਼ੀਰਵਾਦ ਨਾਲ ਸਿਆਲਕੋਟ ਦੇ ਰਾਜਾ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕਵੀਰ ਰਸਾਲੂ ਦਾ ਜਨਮ ਹੋਇਆ। ਰਾਜੇ ਦੇ ਜੋਤਸ਼ੀਆਂ ਨੇ ਰਾਜੇ ਨੂੰ 12 ਵਰ੍ਹੇ ਤੱਕ ਰਸਾਲੂ ਦਾ ਮੂੰਹ ਵੇਖਣਾ ਅਸ਼ੁਭ ਦੱਸਿਆ। ਰਾਜਾ ਰਸਾਲੂ ਨੇ ਜੋਤਸ਼ੀਆਂ ਦਾ ਕਹਿਣਾ ਮੰਨ ਕੇ ਪਹਿਲਾਂ ਪੂਰਨ ਨੂੰ 12 ਸਾਲ ਭੋਰੇ ਵਿੱਚ ਪਾਈ ਰੱਖਿਆ ਸੀ ਅਤੇ ਹੁਣ ਰਸਾਲੂ ਨੂੰ ਵੀ ਉਸਨੇ ਇੱਕ ਵੱਖਰੇ ਭੋਰੇ ਵਿੱਚ ਰੱਖਣ ਦਾ ਪ੍ਰਬੰਧ ਕਰ ਦਿੱਤਾ। ਜਿਸ ਦਿਨ ਰਸਾਲੂ ਨੇ ਜਨਮ ਲਿਆ ਸੀ ਉਸੇ ਦਿਨ ਸਲਵਾਨ ਦੇ ਅਸਤਬਲ ਵਿੱਚ ਇੱਕ ਵਛੇਰਾ ਘੋੜੇ ਦਾ ਬੱਚਾ ਅਤੇ ਸ਼ਾਹੀ ਬਾਗ ਵਿੱਚ ਇੱਕ ਤੋਤੇ ਨੇ ਜਨਮ ਲਿਆ ਸੀ। ਘੋੜੇ ਦਾ ਨਾਂ ਫੌਲਾਦੀ ਰੱਖਿਆ ਗਿਆ। ਇਹ ਦੋਵੇਂ ਵਛੇਰਾ ਅਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣ ਗਏ। ਦੋਵੇਂ ਸਾਥੀ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਹਮੇਸ਼ਾ ਉਸ ਦੇ ਨਾਲ ਰਹੇ। ਰਸਾਲੂ ਸ਼ੁਰੂ ਤੋਂ ਹੀ ਆਜ਼ਾਦ ਤਬੀਅਤ ਦਾ ਮਾਲਕ ਸੀ, ਇਸ ਲਈ ਉਸਨੇ 11ਵੇਂ ਵਰ੍ਹੇ ਹੀ ਭੋਰੇ ਵਿੱਚੋਂ ਨਿਕਲਣ ਦਾ ਨਿਸ਼ਚਾ ਕਰ ਲਿਆ। ਭੋਰੇ ਤੋਂ ਬਾਹਰ ਦਾ ਖੁੱਲ੍ਹਾ ਜਹਾਨ ਰਸਾਲੂ ਨੂੰ ਬਹੁਤ ਚੰਗਾ ਲੱਗਿਆ। ਰਸਾਲੂ ਬਹੁਤ ਸੁੰਦਰ ਅਤੇ ਜਵਾਨ ਸੀ। ਉਸ ਦੀ ਇੱਕ ਤੱਕਣੀ ਤੋਂ ਹੀ ਵੇਖਣ ਵਾਲਾ ਕੀਲਿਆ ਜਾਂਦਾ ਸੀ। ਪਹਿਲੇ ਦਿਨ ਹੀ ਜਦੋਂ ਰਸਾਲੂ ਐਕ ਨਦੀ ਵਿੱਚ ਇਸ਼ਨਾਨ ਕਰਨ ਗਿਆ ਤਾਂ ਚੰਦਨ ਦੇਈ ਨਾਂ ਦੀ ਰਾਜਕੁਮਾਰੀ ਉਸ ਪ੍ਰਤੀ ਖਿੱਚੀ ਗਈ। ਰਸਾਲੂ ਕੁਦਰਤ ਪ੍ਰੇਮੀ ਅਤੇ ਸੰਜਮੀ ਸੀ। ਸੁੰਦਰਤਾ ਦੀ ਖਿੱਚ ਜਾਂ ਕੋਈ ਲਾਲਚ ਉਸ ਨੂੰ ਬੰਨ੍ਹ ਨਹੀਂ ਸਕਦੇ ਸਨ। ਕੁਝ ਦਿਨ ਬੀਤੇ ਸਨ ਕਿ ਰਸਾਲੂ ਦੀ ਸ਼ਿਕਾਇਤ ਰਾਜਾ ਸਲਵਾਨ ਕੋਲ ਪਹੁੰਚੀ ਕਿ ਉਹ ਪਾਣੀ ਭਰਨ ਆਈਆਂ ਕੁੜੀਆਂ ਦੇ ਘੜੇ ਗੁਲੇਲ ਨਾਲ ਤੋੜ ਦਿੰਦਾ ਹੈ। ਪਰ ਜੋਤਸ਼ੀਆਂ ਦੇ ਕਹੇ ਅਨੁਸਾਰ ਰਾਜੇ ਨੇ ਰਸਾਲੂ ਦਾ 12 ਵਰ੍ਹਿਆਂ ਤੱਕ ਮੂੰਹ ਨਹੀਂ ਸੀ ਵੇਖਣਾ, ਤਾਂ ਰਾਜੇ ਨੇ ਹੁਕਮ ਦਿੱਤਾ ਕਿ ਕੁੜੀਆਂ ਮਿੱਟੀ ਦੇ ਘੜਿਆਂ ਦੀ ਬਜਾਏ ਪਿੱਤਲ ਦੀਆਂ ਗਾਗਰਾਂ ਨਾਲ ਪਾਣੀ ਭਰ ਲਿਆ ਕਰਨ। ਤਦ ਰਸਾਲੂ ਨੇ ਫੌਲਾਦ ਦੇ ਤੀਰਾਂ ਨਾਲ ਗਾਗਰਾਂ ਦੇ ਵੀ ਨਿਸ਼ਾਨੇ ਬਿੰਨਣੇ ਸ਼ੁਰੂ ਕਰ ਦਿੱਤੇ। ਰਾਜੇ ਤੋਂ ਇਹ ਸਹਿਣ ਨਾ ਹੋਇਆ। ਉਸਨੇ ਰਸਾਲੂ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਸਜ਼ਾ ਵਜੋਂ ਉਸ ਨੂੰ ਦੇਸ ਨਿਕਾਲਾ ਦੇ ਦਿੱਤਾ। ਇਹ ਉਹ ਦਿਨ ਸੀ ਜਦੋਂ 12 ਵਰ੍ਹਿਆਂ ਪਿੱਛੋਂ ਰਸਾਲੂ ਨੇ ਆਪਣੇ ਪਿਤਾ ਨੂੰ ਪਹਿਲੀ ਵਾਰ ਮਿਲਣਾ ਸੀ। ਰਸਾਲੂ ਨੇ ਉਹ ਸ਼ਹਿਰ ਉਸੇ ਰਾਤ ਹੀ ਛੱਡ ਦਿੱਤਾ। ਉਸ ਦੇ ਨਾਲ ਫੌਲਾਦੀ ਨਾਂ ਦਾ ਘੋੜਾ ਅਤੇ ਤੋਤਾ ਵੀ ਸਨ। ਪਹਿਲੀ ਰਾਤ ਉਸ ਨਾਲ 2 ਹੋਰ ਸਾਥੀ ਵੀ ਸਨ, ਪਰ ਉਸਨੇ ਇੱਕ ਰਾਤ ਦੀਆਂ ਔਕੜਾਂ ਪਿੱਛੋਂ ਹੀ ਵੇਖ ਲਿਆ ਕਿ ਸ਼ੇਰ ਨਾਲ ਗਿੱਦੜਾਂ ਦਾ ਸਾਥ ਨਹੀਂ ਪੁੱਗਣਾ। ਇਸ ਲਈ ਉਸਨੇ ਦੋਹਾਂ ਸਾਥੀਆਂ ਨੂੰ ਵਾਪਸ ਭੇਜ ਦਿੱਤਾ। ਉਹ ਆਪਣੇ ਘੋੜੇ ਫੌਲਾਦੀ ਅਤੇ ਤੋਤੇ ਨਾਲ ਹੀ ਅੱਗੇ ਚੱਲ ਪਿਆ। ਰਸਾਲੂ ਲੰਮੇ ਸਫ਼ਰ ਝਾਂਗਦਾ ਗੁਜਰਾਤ ਦੇ ਇਲਾਕੇ ਵੱਲ ਨਿਕਲ ਪਿਆ। ਰਸਤੇ ਵਿੱਚ ਉਸ ਨੂੰ ਬਾਸਕ ਨਾਂ ਦੇ ਨਾਗ ਨੂੰ ਮੂਧਾ ਪਿਆ ਵੇਖਿਆ। ਨਾਗ ਦੀਆਂ ਅੱਖਾਂ ਵਿੱਚ ਮਿੱਟੀ ਪਈ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਮਿੱਟੀ ਕੱਢ ਦਿੱਤੀ ਅਤੇ ਉਹ ਨਾਗ ਉਸ ਦਾ ਮਿੱਤਰ ਬਣ ਗਿਆ। ਉਸ ਨਾਗ ਨੇ ਰਸਾਲੂ ਨੂੰ ਇੱਕ ਮਣੀ ਦਿੱਤੀ ਜਿਹੜੀ ਹਰ ਪ੍ਰਕਾਰ ਦਾ ਜ਼ਹਿਰ ਚੂਸ ਲੈਂਦੀ ਸੀ। ਰਸਾਲੂ ਨੂੰ ਜਿੱਥੇ ਵੀ ਕਿਤੇ ਜ਼ੁਲਮ ਹੋਣ ਦਾ ਪਤਾ ਲੱਗਦਾ ਉੱਥੇ ਪਹੁੰਚ ਜਾਂਦਾ ਅਤੇ ਜ਼ੁਲਮ ਕਰਨ ਵਾਲੇ ਨੂੰ ਮਾਰ ਮੁਕਾਉਂਦਾ। ਇਸ ਕਾਰਨ ਉਸ ਦੀ ਪ੍ਰਸਿੱਧੀ ਦੂਰ ਦੂਰ ਫੈਲ ਗਈ। ਇੱਕ ਵਾਰ ਉਹ ਸੁਆਂਗ ਦੇ ਇਲਾਕੇ ਵੱਲ ਜਾ ਰਿਹਾ ਸੀ
ਇਹ ਇਲਾਕਾ ਹਰਾ ਭਰਾ ਤੇ ਮਨਮੋਹਣਾ ਸੀ। ਇਸ ਇਲਾਕੇ ਵਿੱਚ ਰਾਜੇ ਹਰੀ ਚੰਦ ਦਾ ਰਾਜ ਸੀ। ਇੱਕ ਦਿਨ ਸ਼ਾਮ ਵੇਲੇ ਹਰੀ ਚੰਦ ਦੀ ਲੜਕੀ ਸਰੂਪਾਂ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਖੇਡ ਰਹੀ ਸੀ। ਰਸਾਲੂ ਨੇ ਰਸੂਪਾਂ ਨੂੰ ਵੇਖਿਆ ਤਾਂ ਉਸ 'ਤੇ ਮੋਹਿਤ ਹੋ ਗਿਆ ਤੇ ਉਸ ਦਾ ਮਨ ਆਇਆ ਕਿ ਉਸ ਨਾਲ ਵਿਆਹ ਕਰਵਾਵਾਂ। ਵਿਆਹ ਕਰਵਾਉਣ ਬਾਰੇ ਸੋਚਣ ਲੱਗਾ। ਜਦੋਂ ਰਸਾਲੂ ਰਾਜਾ ਹਰੀ ਚੰਦ ਦੇ ਸ਼ਹਿਰ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਰਾਜੇ ਨੇ ਸਰੂਪਾਂ ਦਾ ਵਿਆਹ ਉਸ ਸੂਰਵੀਰ ਨਾਲ ਕਰਨ ਦਾ ਐਲਾਨ ਕੀਤਾ ਹੈ, ਜਿਹੜਾ ਇੱਕ ਵਿਸ਼ੇਸ਼ ਪ੍ਰਕਾਰ ਦੇ ਯੰਤਰ ਵਿੱਚ ਤੀਰ ਮਾਰ ਕੇ ਸੁਨਹਿਰੀ ਮੱਛੀ ਨੂੰ ਫੁੰਡੇਗਾ। ਰਸਾਲੂ ਨੇ ਆਪਣੀ ਤੀਰ ਅੰਦਾਜ਼ੀ ਦੇ ਹੁਨਰ ਸਦਕਾ ਸੁਨਹਿਰੀ ਮੱਛੀ ਨੂੰ ਫੁੰਡ ਦਿੱਤਾ। ਉਸ ਵੇਲੇ ਰਾਜਾ ਹਰੀ ਚੰਦ ਨੂੰ ਖਬਰ ਪਹੁੰਚ ਗਈ ਸੀ ਕਿ ਰਸਾਲੂ ਨੇ ਉਸ ਦੀ ਧੀ ਦੇ ਵਿਆਹ ਦੀ ਸ਼ਰਤ ਜਿੱਤ ਲਈ ਹੈ। ਤਦ ਰਾਜੇ ਨੇ ਰਸਾਲੂ ਨੂੰ ਬੜੇ ਆਦਰ ਸਤਿਕਾਰ ਨਾਲ ਬੁਲਾਇਆ ਅਤੇ ਉਸ ਨਾਲ ਆਪਣੀ ਧੀ ਦਾ ਵਿਆਹ ਕਰਨਾ ਮੰਨ ਲਿਆ। ਅਜੇ ਰਸਾਲੂ ਨਾਲ ਸਰੂਪਾਂ ਦੀ ਮੰਗਣੀ ਹੀ ਹੋਈ ਸੀ ਕਿ ਰਸਾਲੂ ਨੂੰ ਪਤਾ ਲੱਗਾ ਕਿ ਸਰੂਪਾਂ ਇੱਕ ਸੁਨਿਆਰੇ ਦੇ ਲੜਕੇ ਨੂੰ ਪਿਆਰ ਕਰਦੀ ਹੈ। ਰਸਾਲੂ ਨੇ ਰਾਜੇ ਹਰੀ ਚੰਦ ਨੂੰ ਸਮਝਾ ਬੁਝਾ ਕੇ ਸਰੂਪਾਂ ਦਾ ਵਿਆਹ ਸੁਨਿਆਰੇ ਦੇ ਲੜਕੇ ਨਾਲ ਕਰਵਾ ਦਿੱਤਾ। ਦੋਹਾਂ ਨੂੰ ਰਸਾਲੂ ਨੇ ਸ਼ੁਭ ਕਾਮਨਾਵਾਂ ਦਿੱਤੀਆਂ। ਰਸਾਲੂ ਅੱਗੇ ਤੁਰ ਪਿਆ। ਉਸਨੇ ਰਸਤੇ ਵਿੱਚ ਆਉਂਦੇ ਹੋਏ ਉਹਨਾਂ ਰਾਖਸ਼ਾਂ ਅਤੇ ਨਾਗਾਂ ਦਾ ਨਾਸ਼ ਕੀਤਾ ਜਿਨ੍ਹਾਂ ਤੋਂ ਲੋਕ ਬੇਹੱਦ ਦੁਖੀ ਸਨ। ਇਸ ਸਮੇਂ ਉਸ ਨੂੰ ਖਬਰ ਮਿਲੀ ਕਿ ਸਿਰਕੱਪ ਨਾਂ ਦਾ ਰਾਜਾ ਲੋਕਾਂ ਦੇ ਬਹੁਤ ਜ਼ੁਲਮ ਕਰ ਰਿਹਾ ਹੈ। ਉਹ ਸਿਰਕੱਪ ਦੇ ਸ਼ਹਿਰ ਵੱਲ ਚੱਲ ਪਿਆ। ਰਾਹ ਵਿੱਚ ਉਸਨੇ ਇੱਕ ਲਾਸ਼ ਵੇਖੀ। ਜਾਨਵਰ ਉਸ ਲਾਸ਼ ਨੂੰ ਦੁਰਗਤ ਕਰ ਰਹੇ ਸਨ। ਰਾਜਾ ਰਸਾਲੂ ਨੇ ਕਬਰ ਪੁੱਟ ਕੇ ਉਸ ਨੂੰ ਦਫਨਾਉਣਾ ਚਾਹਿਆ। ਕਹਿੰਦੇ ਹਨ ਉਸ ਵੇਲੇ ਉਹ ਲਾਸ਼ ਬੋਲ ਪਈ। ਉਹ ਲਾਸ਼ ਸਿਰਕੱਪ ਦੇ ਭਰਾ ਸਿਰਮੁਖ ਦੀ ਸੀ। ਸਿਰਮੁਖ ਦੀ ਲਾਸ਼ ਨੇ ਦੱਸਿਆ ਕਿ ਰਾਜਾ ਸਿਰਕੱਪ ਇੱਕ ਕਪਟੀ ਰਾਜਾ ਹੈ। ਉਹ ਸਿਰਾਂ ਦੀ ਬਾਜੀ ਲਾ ਕੇ ਚੌਪੜ ਖੇਲਦਾ ਹੈ, ਪਰ ਹੇਰਾ ਫੇਰੀ ਨਾਲ। ਚੌਪੜ ਜਿੱਤ ਜਾਂਦਾ ਹੈ ਅਤੇ ਹਾਰਨ ਵਾਲੇ ਨੂੰ ਮਾਰ ਦਿੰਦਾ ਹੈ। ਉਸਨੇ ਆਪਣੇ ਭਰਾ ਸਿਰਮੁਖ ਦਾ ਲਿਹਾਜ਼ ਵੀ ਨਹੀਂ ਕੀਤਾ। ਸਿਰਕੱਪ ਨੇ ਉਸ ਨੂੰ ਕਪਟ ਨਾਲ ਚੌਪੜ ਵਿੱਚ ਹਰਾ ਕੇ ਮਾਰ ਦਿੱਤਾ ਤੇ ਉਸ ਦਾ ਰਾਜ ਹੜੱਪ ਕਰ ਲਿਆ। ਸਿਰਮੁਖ ਦੀ ਲਾਸ਼ ਨੇ ਦੱਸਿਆ ਕਿ ਸਿਰਕੱਪ ਕੋਲ ਇੱਕ ਚੂਹਾ ਹੈ, ਜਿਹੜਾ ਚੌਪੜ ਖੇਡਣ ਸਮੇਂ ਉਸ ਦੀ ਮਦਦ ਕਰਦਾ ਹੈ। ਜੇ ਰਸਾਲੂ ਆਪਣੇ ਨਾਲ ਬਿੱਲੀ ਲੈ ਜਾਵੇ ਤਾਂ ਬਿੱਲੀ ਤੋਂ ਚੂਹਾ ਡਰਦਾ ਮਾਰਾ ਬਾਹਰ ਹੀ ਨਹੀਂ ਆਵੇਗਾ। ਉਸਨੇ ਇਹ ਵੀ ਕਿਹਾ ਕਿ ਜਦੋਂ ਰਸਾਲੂ ਸਿਰਕੱਪ ਨਾਲ ਚੌਪੜ ਖੇਡੇ ਤਾਂ ਪਾਸਾ ਆਪਣਾ ਵਰਤੇ। ਇਹ ਸਭ ਸੁਣ ਕੇ ਰਾਜਾ ਰਸਾਲੂ ਨੂੰ ਸਿਰਕੱਪ 'ਤੇ ਬਹੁਤ ਗੁੱਸਾ ਆਇਆ। ਉਹ ਸਿਰਕੱਪ ਨੂੰ ਖਤਮ ਕਰਨ ਲਈ ਉਸ ਦੇ ਸ਼ਹਿਰ ਚੱਲ ਪਿਆ। ਰਾਜਾ ਸਿਰਕੱਪ ਦੇ ਸ਼ਹਿਰ ਦੇ ਬਾਹਰ ਇੱਕ ਘੁਮਿਆਰ ਦਾ ਘਰ ਸੀ। ਉਸ ਵੇਲੇ ਘੁਮਿਆਰ ਨੇ ਆਪਣੇ ਆਵੇ ਨੂੰ ਪਕਾਉਣ ਲਈ ਅੱਗ ਲਾਈ ਹੋਈ ਸੀ। ਆਵੇ ਦੇ ਆਸੇ-ਪਾਸੇ ਇੱਕ ਬਿੱਲੀ ਰੋਂਦੀ ਫਿਰ ਰਹੀ ਸੀ। ਉਸ ਦੇ ਬਲੂੰਗੜੇ ਆਵੇ ਵਿੱਚ ਸਨ। ਬਿੱਲੀ ਦੀ ਹਾਲਤ ਵੇਖ ਕੇ ਰਸਾਲੂ ਨੂੰ ਬੜਾ ਤਰਸ ਆਇਆ। ਉਸਨੇ ਘੁਮਿਆਰ ਨੂੰ ਪੁੱਛਿਆ ਕਿ ਬਲੂੰਗੜੇ ਕਿਵੇਂ ਬਚਾਏ ਜਾਣ। ਘੁਮਿਆਰ ਨੇ ਕਿਹਾ ਕਿ ਜੇ ਹੁਣ ਮੈਂ ਆਵੇ ਦਾ ਅੱਗ ਬੁਝਾਵਾਂਗਾ ਤਾਂ ਬਿੱਲੀ ਦੇ ਬੱਚੇ ਬਚ ਜਾਣਗੇ, ਪਰ ਮੇਰੇ ਸਾਰੇ ਭਾਂਡੇ ਤਬਾਹ ਹੋ ਜਾਣਗੇ। ਰਸਾਲੂ ਨੇ ਘੁਮਿਆਰ ਦਾ ਸਾਰੇ ਭਾਂਡਿਆਂ ਦੀ ਕੀਮਤ ਦਾ ਮੁੱਲ ਉਸ ਨੂੰ ਦੇ ਦਿੱਤਾ ਤੇ ਆਵੇ ਦੀ ਅੱਗ ਬੁਝਾ ਦਿੱਤੀ। ਬਿੱਲੀ ਆਪਣੇ ਬੱਚਿਆਂ ਨੂੰ ਸਲਾਮਤ ਵੇਖ ਕੇ ਬੜੀ ਖੁਸ਼ ਹੋਈ। ਉਸ ਨੇ ਇੱਕ ਬਲੂੰਗੜਾ ਰਸਾਲੂ ਨੂੰ ਦੇ ਦਿੱਤਾ ਤੇ ਕਿਹਾ, ਹੋ ਸਕਦਾ ਹੈ ਕਦੀ ਇਹ ਤੇਰੀ ਮਦਦ ਕਰੇ। ਰਸਾਲੂ ਬਲੂੰਗੜੇ ਨੂੰ ਲੈ ਕੇ ਰਾਜਾ ਸਿਰਕੱਪ ਦੀ ਨਗਰੀ ਵਿੱਚ ਦਾਖਲ ਹੋ ਗਿਆ। ਸਿਰਕੱਪ ਨੂੰ ਉਸ ਦੇ ਸੂਈਆਂ ਨੇ ਰਸਾਲੂ ਦੇ ਆਉਣ ਬਾਰੇ ਦੱਸ ਦਿੱਤਾ।
ਸਿਰਕੱਪ ਨੇ ਰਸਾਲੂ ਦੇ ਰਾਹ ਵਿੱਚ ਬੜੀਆਂ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਰਸਾਲੂ ਨੂੰ ਕੋਈ ਮੁਸ਼ਕਲ ਰੋਕ ਨਾ ਸਕੀ। ਉਹ ਰਾਜੇ ਸਿਰਕੱਪ ਦੇ ਮਹਿਲੀਂ ਜਾ ਪਹੁੰਚਿਆ ਤੇ ਉਸ ਨੂੰ ਚੌਪੜ ਖੇਡਣ ਲਈ ਲਲਕਾਰਿਆ। ਸਿਰਕੱਪ ਨੇ ਕਿਹਾ ਕਿ ਰਸਾਲੂ ਅਜੇ ਆਰਾਮ ਕਰੇ, ਉਹ ਅਗਲੇ ਦਿਨ ਚੌਪੜ ਖੇਡੇਗਾ। ਸਿਰਕੱਪ ਨੇ ਰਸਾਲੂ ਨੂੰ ਜਿਸ ਕਮਰੇ ਵਿੱਚ ਠਹਿਰਾਇਆ, ਉੱਥੇ ਜ਼ਹਿਰੀਲੀ ਹਵਾੜ ਸੀ। ਰਸਾਲੂ ਨੇ ਬਾਸਿਕ ਨਾਗ ਦੀ ਦਿੱਤੀ ਮਣੀ ਬਾਹਰ ਕੱਢ ਕੇ ਰੱਖੀ, ਜਿਸ ਨੇ ਕਮਰੇ ਦੀ ਸਾਰੀ ਜ਼ਹਿਰੀਲੀ ਹਵਾੜ ਚੂਸ ਲਈ। ਸਿਰਕੱਪ ਨੇ ਰਸਾਲੂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਰਸਾਲੂ ਨੂੰ ਆਪਣੀ ਹੁਸ਼ਿਆਰੀ ਕਾਰਨ ਰਸਾਲੂ ਦੀ ਸਾਜ਼ਿਸ਼ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸ ਤਰ੍ਹਾਂ ਸਿਰਕੱਪ ਨੇ ਰਸਾਲੂ ਨੂੰ ਮਾਰਨ ਲਈ ਹੋਰ ਵੀ ਕਈ ਚਾਲਾਂ ਚੱਲੀਆਂ। ਦੂਜੇ ਦਿਨ ਸਿਰਕੱਪ ਤੇ ਰਸਾਲੂ ਚੌਪੜ ਖੇਡਣ ਬੈਠੇ। ਸਿਰਕੱਪ ਨੇ ਰਸਾਲੂ ਦਾ ਧਿਆਨ ਚੌਪੜ ਦੀ ਬਾਜੀ ਤੋਂ ਹਟਾਉਣ ਲਈ ਸੋਹਣੀਆਂ ਇਸਤਰੀਆਂ ਉਸ ਦੇ ਆਸ-ਪਾਸੇ ਘੁਮਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਰਸਾਲੂ 'ਤੇ ਇਹਨਾਂ ਦਾ ਕੋਈ ਅਸਰ ਨਾ ਹੋਇਆ। ਰਸਾਲੂ ਕੋਲ ਬਿੱਲੀ ਦਾ ਬਲੂੰਗੜਾ ਸੀ, ਜਿਸ ਕਾਰਨ ਸਿਰਕੱਪ ਦਾ ਚੂਹਾ ਵੀ ਸਿਰਕੱਪ ਦੀ ਮਦਦ ਨਾ ਕਰ ਸਕਿਆ। ਰਸਾਲੂ ਨੇ ਆਪਣੇ ਪਾਸੇ ਨਾਲ ਚੌਪੜ ਖੇਡੀ। ਸਿਰਕੱਪ ਚੌਪੜ ਹਾਰ ਗਿਆ। ਉਸ ਵੇਲੇ ਸਿਰਕੱਪ ਨੂੰ ਖਬਰ ਮਿਲੀ ਕਿ ਉਸ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਹੈ। ਸਿਰਕੱਪ ਨੇ ਹੁਕਮ ਦਿੱਤਾ ਕਿ ਕੁੜੀ ਨੂੰ ਮਾਰ ਦਿਓ, ਇਹ ਮੇਰੇ ਲਈ ਨਹਿਸ਼ ਹੈ। ਪਰ ਰਸਾਲੂ ਨੇ ਕਿਹਾ ਕਿ ਉਸ ਲਈ ਉਹ ਕੁੜੀ ਭਾਗਾਂ ਵਾਲੀ ਹੈ, ਇਸ ਲਈ ਉਸ ਨੂੰ ਨਾ ਮਾਰਿਆ ਜਾਵੇ। ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਉਹ ਉਸ ਨਾਲ ਵਿਆਹ ਕਰਵਾ ਲਵੇਗਾ। ਸਿਰਕੱਪ ਨੇ ਇਹ ਸੁਝਾਅ ਮੰਨ ਲਿਆ। ਰਸਾਲੂ ਸਿਰਕੱਪ ਨੂੰ ਮਾਰਨ ਲੱਗਾ ਤਾਂ ਸਿਰਕੱਪ ਨੇ ਨਵੀਂ ਜੰਮੀ ਧੀ ਦਾ ਵਾਸਤਾ ਪਾ ਕੇ ਆਪਣੀ ਜਾਨ ਦੀ ਖੈਰ ਮੰਗੀ। ਤਦ ਰਾਜਾ ਰਸਾਲੂ ਨੇ ਸਿਰਕੱਪ ਨੂੰ ਮਾਫ਼ ਕਰ ਦਿੱਤਾ। ਸਿਰਕੱਪ ਨੇ ਵੀ ਅੱਗੇ ਤੋਂ ਨੇਕੀ ਨਾਲ ਰਾਜ ਕਰਨ ਦਾ ਪ੍ਰਣ ਕੀਤਾ। ਸਿਰਕੱਪ ਦੀ ਨਵੀਂ ਜੰਮੀ ਧੀ ਦਾ ਨਾਂ ਕੋਕਲਾਂ ਰੱਖਿਆ ਗਿਆ ਸੀ। ਰਾਜਾ ਰਸਾਲੂ ਨੇ ਕੋਕਲਾਂ ਲਈ ਕਿਸੇ ਥਾਂ ਇੱਕ ਸੁੰਦਰ ਮਹਿਲ ਉਸਾਰਨ ਦੀ ਸੋਚੀ। ਉਹ ਕਿਸੇ ਚੰਗੀ ਥਾਂ ਦੀ ਭਾਲ ਵਿੱਚ ਫਿਰਨ ਲੱਗਾ। ਰਾਹ ਵਿੱਚ ਉਸ ਨੂੰ ਇੱਕ ਸੱਪਣੀ ਮਿਲੀ। ਸੱਪਣੀ ਨੇ ਰਸਾਲੂ ਨੂੰ ਡੰਗਣਾ ਚਾਹਿਆ, ਪਰ ਰਸਾਲੂ ਨੇ ਉਸ ਨੂੰ ਮਾਰ ਦਿੱਤਾ। ਸੱਪਣੀ ਨੇ ਰਸਾਲੂ ਨੂੰ ਸਰਾਪ ਦੇ ਦਿੱਤਾ। ਸਰਾਪ ਦੀ ਮੁਕਤੀ ਲਈ ਰਸਾਲੂ ਨੂੰ 12 ਸਾਲ ਹੋਰ ਕੋਕਲਾਂ ਤੋਂ ਦੂਰ ਰਹਿਣਾ ਪੈਣਾ ਸੀ। ਰਸਾਲੂ ਨੇ ਕੋਕਲਾਂ ਨੂੰ ਮਹਿਲ ਵਿੱਚ ਲੈ ਆਂਦਾ। ਕੋਕਲਾਂ ਹੁਣ ਜਵਾਨ ਹੋ ਚੁੱਕੀ ਸੀ ਤੇ ਰਸਾਲੂ ਦੀ ਰਾਣੀ ਬਣ ਕੇ ਰਹਿਣਾ ਚਾਹੁੰਦੀ ਸੀ, ਪਰ ਰਸਾਲੂ ਨਾਗਮਣੀ ਦੇ ਸਰਾਪ ਤੋਂ ਬਚਣ ਲਈ ਉਸ ਤੋਂ ਪਰੇ ਰਹਿ ਰਿਹਾ ਸੀ। ਇਹਨਾਂ ਨੂੰ ਇੱਕ ਦਿਨ ਹੋਡੀ ਨਾਂ ਦਾ ਰਾਜਾ ਕੋਕਲਾਂ ਦੇ ਮਹਿਲ ਕੋਲੋਂ ਲੰਘਿਆ। ਉਹ ਕੋਕਲਾਂ ਨੂੰ ਵੇਖ ਕੇ ਮੋਹਿਤ ਹੋ ਗਿਆ। ਕੋਕਲਾਂ ਵੀ ਉਸ ਨੂੰ ਦਿਲ ਦੇ ਬੈਠੀ। ਰਾਜਾ ਰਸਾਲੂ ਨੂੰ ਆਪਣੇ ਤੋਤੇ ਤੇ ਹੋਡੀ ਦੇ ਕੋਕਲਾਂ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਗੁੱਸਾ ਆਇਆ। ਉਸ ਨੇ ਹੋਡੀ ਨੂੰ ਮਾਰ ਦਿੱਤਾ। ਹੋਡੀ ਦੀ ਮੌਤ ਦੀ ਖਬਰ ਸੁਣ ਕੇ ਕੋਕਲਾਂ ਵੀ ਮਹਿਲ ਤੋਂ ਛਾਲ ਮਾਰ ਕੇ ਮਰ ਗਈ। ਕੋਕਲਾਂ ਦੀ ਮੌਤ ਤੋਂ ਬਾਅਦ ਰਾਜਾ ਰਸਾਲੂ ਦਾ ਮਨ ਬੜਾ ਉਦਾਸ ਹੋਇਆ। ਉਹ ਇਲਾਕਾ ਛੱਡ ਕੇ ਰਾਵਲਪਿੰਡੀ ਦੇ ਇਲਾਕੇ ਵੱਲ ਆ ਗਿਆ। ਉਸ ਇਲਾਕੇ ਵਿੱਚ ਇੱਕ ਡੈਣ ਰਹਿੰਦੀ ਸੀ। ਉਸ ਡੈਣ ਨੇ ਉਸ ਇਲਾਕੇ ਵਿੱਚ ਤਬਾਹੀ ਮਚਾਈ ਹੋਈ ਸੀ। ਲੋਕਾਂ ਦੀ ਪੁਕਾਰ ਸੁਣ ਕੇ ਰਸਾਲੂ ਡੈਣ ਨੂੰ ਮਾਰਨ ਲਈ ਤੁਰ ਪਿਆ। ਅੱਗੇ ਬਹੁਤ ਦੂਰ ਜਾ ਕੇ ਉਸ ਨੂੰ ਡੈਣ ਮਿਲੀ, ਪਰ ਇਸ ਤੋਂ ਪਹਿਲਾਂ ਕਿ ਉਹ ਡੈਣ ਦਾ ਖਾਤਮਾ ਕਰਦਾ, ਡੈਣ ਨੇ ਮੰਤਰ ਪੜ੍ਹ ਕੇ ਰਸਾਲੂ ਨੂੰ ਪੱਥਰ ਬਣਾ ਦਿੱਤਾ। ਰਸਾਲੂ ਘੋੜੇ ਸਮੇਤ ਸ਼ੈਲ ਪੱਥਰ ਹੋ ਗਿਆ। ਲੋਕਾਂ ਦਾ ਵਿਸ਼ਵਾਸ ਹੈ ਕਿ ਫਿਰ ਜਦੋਂ ਵੀ ਧਰਤੀ 'ਤੇ ਜ਼ੁਲਮ ਵਧੇਗਾ ਤਾਂ ਰਸਾਲੂ ਸੁਰਜੀਤ ਹੋ ਜਾਵੇਗਾ ਤੇ ਜ਼ਾਲਮਾਂ ਦਾ ਨਾਸ ਕਰਕੇ ਦਮ ਲਵੇਗਾ। ਸੋ ਇਹ ਸੀ ਬੇਟਾ ਕਥਾ ਰਾਜਾ ਰਸਾਲੂ। ਆਓ ਇਸ ਕਥਾ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਪੜ੍ਹਦੇ ਹਾਂ।
ਰਾਜੇ ਰਸਾਲੂ ਦਾ ਜਨਮ ਕਿਸ ਦੇ ਆਸ਼ੀਰਵਾਦ ਨਾਲ ਹੋਇਆ? ਉੱਤਰ ਹੈ ਪੂਰਨ ਭਗਤ ਦੇ। ਰਾਜੇ ਰਸਾਲੂ ਦੇ ਬਾਪ ਦਾ ਕੀ ਨਾਂ ਸੀ? ਸਲਵਾਨ। ਰਾਜੇ ਰਸਾਲੂ ਦੀ ਮਾਂ ਦਾ ਕੀ ਨਾਂ ਸੀ? ਲੂਣਾ। ਰਾਜੇ ਸਲਵਾਨ ਨੇ ਰਸਾਲੂ ਨੂੰ ਜੋਤਸ਼ੀਆਂ ਦੇ ਕਹਿਣ 'ਤੇ ਜਨਮ ਤੋਂ ਬਾਅਦ 12 ਸਾਲ ਕਿੱਥੇ ਰੱਖਿਆ? ਉੱਤਰ ਹੈ ਭੋਰੇ ਵਿੱਚ। ਰਾਜਾ ਰਸਾਲੂ ਦੇ ਜਨਮ ਦਿਨ ਵਾਲੇ ਦਿਨ ਸਲਵਾਨ ਨੇ ਅਸਤਬਲ ਵਿੱਚ ਕਿਸ ਦਾ ਜਨਮ ਹੋਇਆ? ਉਸ ਦਿਨ ਕਿਸ ਦਾ ਜਨਮ ਹੋਇਆ ਸੀ? ਘੋੜਿਆਂ ਵਾਲੇ ਤਵੇਲੇ ਵਿੱਚ, ਅਸਤਬਲ ਵਿੱਚ, ਇੱਕ ਬਸ਼ੇਰੇ ਦਾ, ਘੋੜੇ ਦੇ ਬੱਚੇ ਦਾ। ਰਸਾਲੂ ਦਾ ਜਨਮ ਦਿਨ ਵਾਲੇ ਦਿਨ ਅਸਤਬਲ ਵਿੱਚ ਜਿਸ ਬਸ਼ੇਰੇ ਦਾ ਜਨਮ ਹੋਇਆ ਉਸ ਦਾ ਕੀ ਨਾਂ ਰੱਖਿਆ ਗਿਆ? ਫੌਲਾਦੀ। ਸ਼ਾਹੀ ਬਾਗ ਵਿੱਚ ਇੱਕ ਤੋਤੇ ਦਾ ਜਨਮ ਕਿਸ ਦਿਨ ਹੋਇਆ ਸੀ? ਰਾਜੇ ਰਸਾਲੂ ਦੇ ਜਨਮ ਦਿਨ ਵਾਲੇ ਦਿਨ। ਪ੍ਰਸ਼ਨ, ਬਚਪਨ ਤੋਂ ਹੀ ਰਾਜਾ ਰਸਾਲੂ ਦੇ ਕੌਣ-ਕੌਣ ਸਾਥੀ ਸਨ? ਬਸ਼ੇਰਾ ਤੇ ਤੋਤਾ। ਰਾਜਾ ਰਸਾਲੂ ਕਿੰਨਵੇਂ ਵਰ੍ਹੇ ਤੋਂ ਭੋਰੇ ਤੋਂ ਬਾਹਰ ਆ ਗਿਆ ਸੀ? 11ਵੇਂ ਵਰ੍ਹੇ। ਜਦੋਂ ਰਾਜਾ ਰਸਾਲੂ ਭੋਰੇ ਵਿੱਚੋਂ ਬਾਹਰ ਨਿਕਲਿਆ ਸੀ ਤਾਂ ਕਿਹੋ ਜਿਹਾ ਸੀ? ਜਵਾਨ ਅਤੇ ਸੁੰਦਰ। ਰਾਜਾ ਰਸਾਲੂ ਜਦੋਂ ਐਕ ਨਦੀ 'ਤੇ ਇਸ਼ਨਾਨ ਕਰਨ ਗਿਆ ਤਾਂ ਕਿਹੜੀ ਰਾਜਕੁਮਾਰੀ ਉਸ ਵੱਲ ਖਿੱਚੀ ਗਈ? ਉੱਤਰ ਹੈ ਚੰਦਨ ਦੇਈ। ਰਾਜਾ ਰਸਾਲੂ ਜਦੋਂ ਗਲੇਲ ਨਾਲ ਤੇ ਤੀਰ ਨਾਲ ਪਾਣੀ ਭਰਨ ਆਉਣ ਵਾਲੀਆਂ ਕੁੜੀਆਂ ਦੇ ਘੜੇ ਤੇ ਗਾਗਰਾਂ ਤੋੜ ਦਿੰਦਾ ਸੀ ਤਾਂ ਰਾਜੇ ਰਸਾਲੂ ਨੂੰ ਗੁੱਸੇ ਵਿੱਚ ਆ ਕੇ ਕੀ ਸਜ਼ਾ ਦਿੱਤੀ? ਦੇਸ਼ ਨਿਕਾਲਾ। ਦੇਸ਼ ਨਿਕਾਲਾ ਮਿਲਣ ਤੋਂ ਬਾਅਦ ਰਸਾਲੂ ਕਿਹੜੇ ਇਲਾਕੇ ਵੱਲ ਚਲਾ ਗਿਆ? ਗੁਜਰਾਤ ਦੇ ਇਲਾਕੇ ਵੱਲ। ਜਿਸ ਨਾਗ ਦੀਆਂ ਅੱਖਾਂ ਵਿੱਚੋਂ ਰੇਤ ਕੱਢ ਕੇ ਰਸਾਲੂ ਨੇ ਉਸ ਦੀ ਸਹਾਇਤਾ ਕੀਤੀ ਸੀ ਉਸ ਦਾ ਕੀ ਨਾਂ ਹੈ? ਬਾਸਕ ਨਾਗ। ਬਾਸਕ ਨਾਗ ਨੇ ਸਹਾਇਤਾ ਵਜੋਂ ਰਸਾਲੂ ਨੂੰ ਕੀ ਦਿੱਤਾ? ਇੱਕ ਮਣੀ ਜੋ ਹਰ ਪ੍ਰਕਾਰ ਦੇ ਜ਼ਹਿਰ ਨੂੰ ਚੂਸ ਲੈਂਦੀ ਸੀ। ਸੂਆਂ ਦੇ ਇਲਾਕੇ ਵਿੱਚ ਕਿਸ ਦਾ ਰਾਜ ਸੀ? ਰਾਜਾ ਹਰੀ ਚੰਦ ਦਾ। ਰਾਜੇ ਹਰੀ ਚੰਦ ਦੀ ਧੀ ਦਾ ਨਾਂ ਕੀ ਸੀ ਜਿਸ ਨੂੰ ਦੇਖ ਕੇ ਰਸਾਲੂ ਮੋਹਿਤ ਹੋ ਗਿਆ ਸੀ? ਸਰੂਪਾਂ। ਸਰੂਪਾਂ ਕਿਸ ਨੂੰ ਪਿਆਰ ਕਰਦੀ ਸੀ? ਸੁਨਿਆਰੇ ਜਾਂ ਸੁਨਿਆਰਾਂ ਦੇ ਲੜਕੇ ਨੂੰ। ਸਰੂਪਾਂ ਦੇ ਸੁਨਿਆਰਾਂ ਦੇ ਲੜਕੇ ਦਾ ਆਪਸ ਵਿੱਚ ਵਿਆਹ ਕਿਸ ਨੇ ਕਰਵਾਇਆ? ਰਸਾਲੂ ਨੇ। ਸਿਰਕੱਪ ਕਿਹੋ ਜਿਹਾ ਰਾਜਾ ਸੀ? ਜ਼ਾਲਮ ਤੇ ਕਪਟੀ। ਸਿਰਮੁਖ ਕਿਸ ਦਾ ਭਰਾ ਸੀ ਤੇ ਕਿਸ ਕਹਾਣੀ ਦਾ ਪਾਤਰ ਹੈ? ਸਿਰਕੱਪ ਦਾ ਕਹਾਣੀ ਰਾਜਾ ਰਸਾਲੂ ਦਾ ਪਾਤਰ ਹੈ। ਸਿਰਮੁਖ ਨੂੰ ਕਿਸ ਨੇ ਮਾਰਿਆ? ਸਿਰਕੱਪ ਉਸ ਦੇ ਭਰਾ ਨੇ। ਸਿਰਕੱਪ ਸਿਰਾਂ ਦੀ ਬਾਜੀ ਲਾ ਕੇ ਕੀ ਖੇਡਦਾ ਸੀ? ਚੌਪੜ। ਸਿਰਕੱਪ ਦੀ ਚੌਪੜ ਦੇ ਦੌਰਾਨ ਕੌਣ ਮਦਦ ਕਰਦਾ ਸੀ? ਚੂਹਾ। ਘੁਮਿਆਰ ਦੇ ਆਵੇ ਵਿੱਚੋਂ ਬਿੱਲੀ ਦੇ ਬੱਚਿਆਂ ਨੂੰ ਕਿਸ ਨੇ ਮੁਕਤ ਕਰਵਾਇਆ? ਰਾਜਾ ਰਸਾਲੂ ਨੇ। ਰਾਜਾ ਰਸਾਲੂ ਨੂੰ ਬਿੱਲੀ ਨੇ ਕੀ ਦਿੱਤਾ? ਇੱਕ ਬਲੂੰਗੜਾ। ਰਾਜੇ ਰਸਾਲੂ ਨੇ ਸਿਰਕੱਪ ਨੂੰ ਕੀ ਖੇਡਣ ਲਈ ਵੰਗਾਰਿਆ? ਚੌਪੜ। ਰਸਾਲੂ ਨੂੰ ਮਾਰਨ ਲਈ ਕਿਸ ਨੇ ਬਹੁਤ ਸਾਰੀਆਂ ਚਾਲਾਂ ਚੱਲੀਆਂ? ਸਿਰਕੱਪ ਨੇ। ਰਸਾਲੂ ਤੇ ਸਿਰਕੱਪ ਵਿਚਕਾਰ ਚੌਪੜ ਮੁਕਾਬਲੇ ਵਿੱਚੋਂ ਕੌਣ ਜੇਤੂ ਰਿਹਾ? ਰਾਜਾ ਰਸਾਲੂ। ਰਾਜੇ ਸਿਰਕੱਪ ਦੀ ਨਵ ਜੰਮੀ ਧੀ ਦਾ ਕੀ ਨਾਂ ਰੱਖਿਆ ਗਿਆ? ਕੋਕਲਾਂ। ਰਾਜਾ ਰਸਾਲੂ ਸਿਰਕੱਪ ਦੀ ਕਿਸ ਧੀ ਨਾਲ ਵਿਆਹ ਕਰਨਾ ਚਾਹੁੰਦਾ ਸੀ? ਕੋਕਲਾਂ ਨਾਲ। ਸੱਪਣੀ ਦਾ ਸਰਾਪ ਕਾਰਨ ਰਾਜੇ ਰਸਾਲੂ ਨੇ ਕਿੰਨੇ ਸਾਲ ਹੋਰ ਕੋਕਲਾਂ ਤੋਂ ਦੂਰ ਰਹਿਣਾ ਸੀ? 12 ਸਾਲ। ਕੋਕਲਾਂ ਮਹਿਲਾਂ ਕੋਲ ਦੀ ਲੰਘ ਰਹੇ ਇੱਕ ਰਾਜੇ ਨੂੰ ਵੇਖ ਕੇ ਉਸ ਨੂੰ ਪਿਆਰ ਕਰਨ ਲੱਗੀ। ਉਸ ਦਾ ਨਾਂ ਸੀ ਰਾਜੇ ਹੁੰਡੀ ਨੂੰ। ਕੋਕਲਾਂ ਤੇ ਰਾਜੇ ਹੁੰਡੀ ਦੇ ਪਿਆਰ ਦਾ ਪਤਾ ਰਸਾਲੂ ਨੂੰ ਕਿਸ ਨੇ ਦਿੱਤਾ? ਤੋਤੇ ਨੇ। ਕੋਕਲਾਂ ਤੇ ਹੋਡੀ ਦਾ ਪਿਆਰ ਦਾ ਪਤਾ ਲੱਗਣ 'ਤੇ ਕਿਸ ਨੇ ਹੋਡੀ ਨੂੰ ਮਾਰ ਦਿੱਤਾ? ਰਾਜਾ ਰਸਾਲੂ ਨੇ।
ਰਾਜਾ ਹੋਡੀ ਦੀ ਮੌਤ ਦਾ ਪਤਾ ਲੱਗਣ 'ਤੇ ਕੌਣ ਮਹਿਲ ਉੱਪਰੋਂ ਛਾਲ ਮਾਰ ਕੇ ਮਰ ਗਈ ਸੀ? ਕੋਕਲਾਂ। ਕੋਕਲਾਂ ਦੀ ਮੌਤ ਤੋਂ ਬਾਅਦ ਉਦਾਸ ਹੋਇਆ ਰਾਜਾ ਰਸਾਲੂ ਕਿੱਥੇ ਆ ਗਿਆ? ਰਾਵਲਪਿੰਡੀ ਦੇ ਇਲਾਕੇ ਵਿੱਚ। ਰਾਵਲਪਿੰਡੀ ਦੇ ਇਲਾਕੇ ਵਿੱਚ ਕਿਸ ਨੇ ਦਹਿਸ਼ਤ ਫੈਲਾਈ ਹੋਈ ਸੀ? ਇੱਕ ਡੈਣ ਨੇ। ਰਾਜੇ ਰਸਾਲੂ ਨੂੰ ਮੰਤਰ ਮਾਰ ਕੇ ਪੱਥਰ ਕਿਸ ਨੇ ਬਣਾ ਦਿੱਤਾ? ਇੱਕ ਡੈਣ ਨੇ। ਲੋਕ ਵਿਸ਼ਵਾਸ ਅਨੁਸਾਰ ਧਰਤੀ ਉੱਪਰ ਵੱਧਦੇ ਜ਼ੁਲਮ ਦਾ ਕੌਣ ਨਾਸ਼ ਕਰੇਗਾ? ਉੱਤਰ ਹੈ ਰਾਜਾ ਰਸਾਲੂ। ਸੋ ਬੇਟਾ ਇਹ ਸੀਗੀ ਤੁਹਾਡੀ ਅਗਲੀ ਦੰਤ ਕਥਾ। ਜਿਵੇਂ ਕਿ ਅਗਲੀ ਜਿਹੜੀ ਸਾਡੀ ਦੰਤ ਕਥਾ ਹੈ ਉਹ ਹੈ ਦੁੱਲਾ ਭੱਟੀ। ਦੁੱਲਾ ਭੱਟੀ ਬੇਟਾ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ। ਸੋ ਇਹ ਭੱਟੀ ਇਲਾਕਾ ਵੀ ਕਹਿ ਸਕਦੇ ਹਾਂ, ਅਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦਾ ਗੋਤ ਵੀ ਭੱਟੀ ਆ। ਆਓ ਦੁੱਲਾ ਅਤੇ ਭੱਟੀ, ਦੁੱਲਾ ਭੱਟੀ ਨਾਮ ਦੀ ਖਾਸੀਅਤ ਅਤੇ ਇਸ ਲੋਕ ਨਾਇਕ ਬਾਰੇ ਆਪਾਂ ਜਿਹੜੀ ਜਾਣਕਾਰੀ ਹੈ ਉਸ ਨੂੰ ਖੁੱਲ੍ਹ ਕੇ ਪੜ੍ਹਦੇ ਹਾਂ। ਆਓ ਪੜ੍ਹਦੇ ਹਾਂ। ਤੁਹਾਡਾ ਅਗਲਾ ਜਿਹੜਾ ਦੰਤ ਕਥਾ ਦਾ ਪਾਤਰ ਹੈ ਦੁੱਲਾ। ਦੁੱਲਾ ਸਾਂਦਲਵਾਰ ਦਾ ਜੰਮਪਲ ਸੀ। ਉਸ ਦੇ ਪਿਤਾ ਦਾ ਨਾਂ ਫਰੀਦ ਖਾਂ ਸੀ। ਇਹ ਪਰਿਵਾਰ ਭੱਟੀ ਰਾਜਪੂਤਾਂ ਨਾਲ ਸੰਬੰਧ ਰੱਖਦਾ ਸੀ। ਹੁਣ ਗੋਤ ਬਾਰੇ ਦੇਖ ਲਓ ਬੇਟਾ ਕੀ ਚੀਜ਼ ਆ, ਅੱਗੇ ਤੁਹਾਨੂੰ ਸਮਝ ਲੱਗ ਜਾਣੀ ਆ। ਜਿਸ ਕਾਰਨ ਦੁੱਲੇ ਦਾ ਨਾਂ ਭੱਟੀ ਕਰਕੇ ਮਸ਼ਹੂਰ ਹੋਇਆ। ਦੁੱਲੇ ਦੇ ਪਿਓ ਦਾਦੇ ਵੀ ਆਪਣੇ ਸਮੇਂ ਦੇ ਤਕੜੇ, ਅਣਖੀਲੇ ਅਤੇ ਬਹਾਦਰ ਵਿਅਕਤੀ ਸਨ। ਉਹਨਾਂ ਨੇ ਮੁਗਲਾਂ ਦੀ ਧੌਸ ਮੰਨਣ 'ਤੇ ਅਤੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਹਨੂੰ ਅਸੀਂ ਕਰ ਬੋਲਦੇ ਹਾਂ, ਟੈਕਸ। ਕਹਿੰਦੇ ਹਨ ਜਦੋਂ ਅਕਬਰ ਲਾਹੌਰ ਆਇਆ ਤਾਂ ਉਸ ਨੇ ਫੌਜ ਨੂੰ ਭੇਜ ਕੇ ਇਹਨਾਂ ਬਾਗੀਆਂ ਨੂੰ ਲਾਹੌਰ ਸੱਦਿਆ ਅਤੇ ਕਤਲ ਕਰਵਾ ਦਿੱਤਾ। ਫਿਰ ਆਮ ਲੋਕਾਂ ਵਿੱਚ ਦਹਿਸ਼ਤ ਪਾਉਣ ਅਤੇ ਰਾਜ ਸ਼ਕਤੀ ਦਾ ਭੈ ਪੈਦਾ ਕਰਨ ਲਈ ਦੁੱਲੇ ਦੇ ਪਿਓ ਦਾਦੇ ਦੀਆਂ ਖੱਲਾਂ ਨੂੰ ਤੂੜੀ ਨਾਲ ਭਰ ਕੇ ਇਹਨਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ 'ਤੇ ਟੰਗਵਾ ਦਿੱਤਾ। ਉਪਰੋਕਤ ਸਾਰੀ ਘਟਨਾ ਦੁੱਲੇ ਨੂੰ ਸੋਝੀ ਸੰਭਾਲਣ 'ਤੇ ਉਸ ਦੀ ਮਾਂ ਨੇ ਦੱਸੀ। ਤੇਰਾ ਸੰਦਲ ਦਾਦਾ ਮਾਰਿਆ ਦਿੱਤਾ ਭੋਰੇ 'ਚ ਪਾ, ਮੁਗਲਾਂ ਪੁੱਠੀਆਂ ਖੱਲਾਂ ਲਾ ਕੇ ਭਰੀਆਂ ਨਾਲ ਹਵਾ। ਤਦ ਤੋਂ ਦੁੱਲੇ ਦੇ ਮਨ ਵਿੱਚ ਮੁਗਲ ਸਲਤਨਤ ਦੇ ਖਿਲਾਫ ਰੋਹ ਪੈਦਾ ਹੋਣ ਲੱਗਿਆ। ਕਿਹਾ ਜਾਂਦਾ ਹੈ ਕਿ ਜਦੋਂ ਦੁੱਲੇ ਦਾ ਜਨਮ ਹੋਇਆ ਸੀ ਉਹਨਾਂ ਦਿਨਾਂ ਵਿੱਚ ਅਕਬਰ ਦੀ ਇੱਕ ਰਾਜਪੂਤ ਰਾਣੀ ਦੀ ਕੁੱਖੋਂ ਇੱਕ ਪੁੱਤਰ ਸਲੀਮ ਨੇ ਜਨਮ ਲਿਆ, ਜੋ ਪਿੱਛੋਂ ਸ਼ਹਿਜ਼ਾਦਾ ਸੇਖੂ ਵਜੋਂ ਵੀ ਜਾਣਿਆ ਜਾਣ ਲੱਗਿਆ। ਸਲੀਮ ਕਾਫੀ ਕਮਜ਼ੋਰ ਸੀ। ਬਾਦਸ਼ਾਹ ਉਸ ਨੂੰ ਬਲਵਾਨ ਸੂਰਮਾ ਬਣਾਉਣਾ ਚਾਹੁੰਦਾ ਸੀ। ਇਸ ਲਈ ਹਕੀਮਾਂ ਦੀ ਸਲਾਹ ਉੱਤੇ ਉਸ ਲਈ ਸਿਹਤਮੰਦ ਰਾਜਪੂਤ ਚੁੰਘਾਵੀ ਦਾ ਪ੍ਰਬੰਧ ਕਰਨਾ ਪਿਆ, ਜੋ ਬੱਚੇ ਨੂੰ ਦੁੱਧ ਪਿਆ ਕੇ ਜਾਵੇ ਆਪਣਾ, ਉਹਨੂੰ ਬੋਲਦੇ ਆ ਚੁੰਘਾਵੀ। ਉਹਨਾਂ ਦਿਨਾਂ ਵਿੱਚ ਹੀ ਦੁੱਲਾ ਜੰਮਿਆ ਸੀ। ਬਾਦਸ਼ਾਹ ਨੇ ਦੁੱਲੇ ਦਾ ਜਾਂ ਦੁੱਲੇ ਦੀ ਮਾਂ ਨੂੰ ਚੁੰਘਾਵੀ ਵਜੋਂ ਮਹਿਲਾਂ ਵਿੱਚ ਸੱਦ ਲਿਆ। ਇਸ ਤਰ੍ਹਾਂ ਦੁੱਲਾ ਅਤੇ ਸ਼ਹਿਜ਼ਾਦਾ ਸਲੀਮ ਇੱਕੋ ਮਾਂ ਦਾ ਦੁੱਧ ਚੁੰਘ ਕੇ ਪਲੇ। ਇਸ ਦੌਰਾਨ ਉਹ ਇਕੱਠੇ ਖੇਡਦੇ ਅਤੇ ਸ਼ਸਤਰ ਵਿੱਦਿਆ ਸਿੱਖਦੇ ਰਹੇ। ਇਸ ਕਾਰਨ ਦੁੱਲਾ ਮਹਿਲਾਂ ਦੇ ਬਾਦਸ਼ਾਹੀ ਜਲੌ ਤੋਂ ਵੀ ਜਾਣੂ ਹੋ ਗਿਆ। ਜਦੋਂ ਸ਼ਹਿਜ਼ਾਦਾ ਸਲੀਮ ਜਵਾਨ ਹੋਇਆ ਤਾਂ ਕਿਸੇ ਕਾਰਨ ਉਸ ਦੀ ਆਪਣੇ ਪਿਤਾ ਅਕਬਰ ਨਾਲ ਅਣਬਣ ਹੋ ਗਈ ਅਤੇ ਉਹ ਪਿਓ ਤੋਂ ਬਾਗੀ ਹੋ ਗਿਆ। ਬਾਗੀ ਤੋਂ ਭਾਵ ਵੀ ਉਹਨਾਂ ਦੀ ਗੱਲ ਨਾ ਮੰਨਣੀ, ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਲੱਗ ਪਿਆ। ਦੱਸਿਆ ਜਾਂਦਾ ਹੈ ਕਿ ਉਸ ਨੇ ਦੁੱਲੇ ਨੂੰ ਸਾਂਦਲਵਾਰ ਦੇ ਇਲਾਕੇ ਵਿੱਚ ਅਕਬਰ ਦੇ ਖਿਲਾਫ ਗੜਬੜ ਫੈਲਾਉਣ ਲਈ ਉਕਸਾਇਆ। ਦੁੱਲਾ ਪਹਿਲਾਂ ਤੋਂ ਹੀ ਬਾਗੀ ਸੁਭਾਅ ਵਾਲਾ ਸੀ। ਉਸ ਦੇ ਮਨ ਵਿੱਚ ਆਪਣੇ ਪਿਓ ਦਾਦਾ ਦੇ ਕਤਲ ਦਾ ਬਦਲਾ ਲੈਣ ਦਾ ਭਾਵਨਾ ਪ੍ਰਬਲ ਸੀ। ਉਸ ਨੇ ਸਰਕਾਰੀ ਮਾਮਲਾ ਤਾਂ ਕੀ ਦੇਣਾ ਸੀ, ਸਗੋਂ ਉਹ ਆਉਂਦੇ ਜਾਂਦੇ ਸ਼ਾਹੀ ਕਾਫਲਿਆਂ ਨੂੰ ਵੀ ਲੁੱਟ ਲੈਂਦਾ ਸੀ। ਇੱਕ ਵਪਾਰੀ ਲਾਹੌਰ ਨੂੰ ਜਾ ਰਿਹਾ ਸੀ। ਦੁੱਲੇ ਨੇ ਉਸ ਤੋਂ ਘੋੜੇ ਖੋਹ ਲਏ। ਇਸੇ ਤਰ੍ਹਾਂ ਇੱਕ ਵਾਰੀ ਇੱਕ ਵਪਾਰੀ
ਬਾਦਸ਼ਾਹ ਲਈ ਤੋਹਫੇ ਲਿਜਾ ਰਿਹਾ ਸੀ। ਦੁੱਲੇ ਨੇ ਸਾਰੇ ਤੋਹਫੇ ਖੋਹ ਲਏ ਅਤੇ ਵਪਾਰੀ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ। ਇਸ ਤਰ੍ਹਾਂ ਦੁੱਲਾ ਬਾਦਸ਼ਾਹ ਤੋਂ ਬਾਗੀ ਹੋ ਗਿਆ। ਲੁੱਟ ਦਾ ਇਹ ਪੈਸਾ ਉਹ ਗਰੀਬਾਂ ਵਿੱਚ ਵੰਡ ਦਿੰਦਾ ਸੀ। ਜਦੋਂ ਆਮ ਲੋਕਾਂ ਨੂੰ ਪਤਾ ਲੱਗਾ ਕਿ ਇਹ ਬਹਾਦਰ ਜਵਾਨ ਸਲਤਨਤ ਦੇ ਖਿਲਾਫ ਖੜਾ ਹੋ ਗਿਆ ਹੈ ਤਾਂ ਹਾਕਮਾਂ ਦੇ ਜ਼ੁਲਮ ਅਤੇ ਅਨਿਆਂ ਤੋਂ ਤੰਗ ਆਏ ਲੋਕ ਦੁੱਲੇ ਦੇ ਹਮਦਰਦ ਅਤੇ ਪ੍ਰਸ਼ੰਸਕ ਬਣ ਗਏ। ਕਿਹਾ ਜਾਂਦਾ ਹੈ ਕਿ ਦੁੱਲੇ ਦਾ ਚਾਚਾ ਜਲਾਲੁਦੀਨ ਉਸ ਦਾ ਵੈਰ ਰੱਖਦਾ ਸੀ। ਉਸ ਨੇ ਦੁੱਲੇ ਦੇ ਖਿਲਾਫ ਅਕਬਰ ਅੱਗੇ ਜਾ ਕੇ ਸ਼ਿਕਾਇਤ ਕੀਤੀ। ਇੱਕ ਪਿੰਡ ਵਿੱਚ ਸੂਰਮਾ ਮਾਂ ਲੋਧੀ ਦੇ ਘਰ ਲਾਲ, ਉਹਨੇ ਲੁੱਟ ਕੇ ਖਾ ਲੀਆਂ ਡਾਲੀਆਂ, ਭੱਟੀ ਖੋਹ ਕੇ ਖਾ ਲਏ ਮਾਲ। ਜੇ ਤੂੰ ਅਕਬਰ ਬਾਦਸ਼ਾਹ ਚੜ ਕੇ ਲੈ ਦੁੱਲੇ ਦਾ ਸਾਰ। ਕਹਿੰਦਾ ਵੀ ਉਹਦੀ ਸ਼ਿਕਾਇਤ ਕਰੀਏ ਬੇਟਾ 3 ਲਾਈਨਾਂ ਦੇ ਵਿੱਚ। ਅਕਬਰ ਨੇ ਦੁੱਲੇ ਨੂੰ ਫੜਨ ਲਈ ਆਪਣੀ ਫੌਜ ਭੇਜੀ। ਉਸ ਇਲਾਕੇ ਦੇ ਲੋਕ ਦੁੱਲੇ ਨੂੰ ਇਸ ਆਫਤ ਤੋਂ ਬਚਾਉਣਾ ਚਾਹੁੰਦੇ ਸਨ। ਕਹਿੰਦੇ ਹਨ ਕਿ ਇੱਕ ਗਵਾਲਣ ਨੇ ਤਾਂ ਦੁੱਲੇ ਨੂੰ ਬਚਾਉਣ ਲਈ ਫੌਜ ਦੇ ਸੈਨਾਪਤੀ ਨੂੰ ਭਰਮਾਉਣ ਦੀ ਵੀ ਕੋਸ਼ਿਸ਼ ਕੀਤੀ। ਫੌਜ ਨੇ ਦੁੱਲੇ ਦੇ ਪਿੰਡ ਉੱਤੇ ਧਾਵਾ ਬੋਲ ਦਿੱਤਾ ਅਤੇ ਦੁੱਲੇ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ। ਜਦੋਂ ਦੁੱਲੇ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਸਾਥੀਆਂ ਸਮੇਤ ਫੌਜ ਨੂੰ ਆ ਲਲਕਾਰਿਆ। ਦੋਹਾਂ ਧਿਰਾਂ ਦੀਆਂ ਤਿੱਖੀਆਂ ਝੜਪਾਂ ਹੋਈਆਂ। ਇੱਕ ਵਾਰ ਤਾਂ ਉਸਨੇ ਸ਼ਾਹੀ ਫੌਜ ਨੂੰ ਭਾਜੜਾਂ ਪਾ ਦਿੱਤੀਆਂ। ਦੁੱਲੇ ਦਾ ਪੁੱਤਰ ਵੀ ਇਸ ਲੜਾਈ ਵਿੱਚ ਬਹਾਦਰੀ ਨਾਲ ਲੜਿਆ। ਕਿਹਾ ਜਾਂਦਾ ਹੈ ਕਿ ਪਿੱਛੋਂ ਅਕਬਰ ਦੀਆਂ ਫੌਜਾਂ ਨੇ ਦੁੱਲੇ ਨੂੰ ਧੋਖੇ ਨਾਲ ਘੇਰੇ ਵਿੱਚ ਲੈ ਲਿਆ ਅਤੇ ਲਾਹੌਰ ਵਿੱਚ ਲਿਜਾ ਕੇ ਉਸ ਨੂੰ ਫਾਂਸੀ ਦੇ ਦਿੱਤੀ। ਦੁੱਲਾ ਭੱਟੀ ਦੇ ਜੀਵਨ ਨਾਲ ਕਈ ਪਰਉਪਕਾਰ ਦੀਆਂ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਇੱਕ ਵਾਰ ਉਸਨੇ ਕਿਸੇ ਗਰੀਬ ਘਰ ਦੀ ਲੜਕੀ ਨੂੰ ਧੀ ਬਣਾ ਕੇ ਵਿਆਹੁਣ ਦਾ ਪੁੰਨ ਖੱਟਿਆ ਸੀ। ਇਸ ਦਾ ਹਵਾਲਾ ਲੋਹੜੀ ਨੂੰ ਗਾਏ ਜਾਂਦੇ ਪ੍ਰਸਿੱਧ ਲੋਕ ਗੀਤ ਸੁੰਦਰ ਮੁੰਦਰੀਏ ਵਿੱਚ ਮਿਲਦਾ ਹੈ। ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ, ਕੁੜੀ ਦੇ ਬੋਝੇ ਪਾਈ ਹੋ, ਕੁੜੀ ਦਾ ਲਾਲ ਪਟਾਕਾ ਹੋ, ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ, ਚਾਚਾ ਗਾਲੀ ਦੇਸੇ ਹੋ, ਚਾਚੇ ਚੂਰੀ ਕੁੱਟੀ ਹੋ, ਜ਼ਿਮੀਂਦਾਰਾਂ ਲੁੱਟੀ ਹੋ। ਦੁੱਲੇ ਦਾ ਬਹਾਦਰੀ ਨੂੰ ਪ੍ਰਗਟਾਉਣ ਵਾਲੀਆਂ ਕੁਝ ਤੁਕਾਂ ਵੀ ਮਿਲਦੀਆਂ ਹਨ। ਮੇਰੇ ਹੇਠਾਂ ਬੱਗੀ ਲਾਖੀ, ਜਿਹੜੀ ਤੁਰਦੀ ਸੁੰਬ ਟਕੋਰ, ਮੈਂ ਪੁੱਤ ਆਂ ਬੱਗੇ ਸ਼ੇਰਾਂ ਦਾ, ਮੇਰੇ ਸ਼ੇਰਾਂ ਵਰਗੀ ਤੋਰ, ਮੇਰੀ ਸ਼ੇਰਾਂ ਵਰਗੀ ਤੋਰ, ਜੰਮਣਾ ਤੇ ਮਰ ਜਾਵਣਾ, ਉੱਡਣਾ ਪਿੰਜਰੇ ਵਿੱਚੋਂ ਭੌਰ। ਸੋ ਇਹ ਸੀਗਾ ਬੇਟਾ ਜਿਹੜਾ ਕਿੱਸਾ ਦੁੱਲਾ ਭੱਟੀ ਦਾ। ਆਓ ਇਹਦੇ ਪ੍ਰਸ਼ਨ ਉੱਤਰਾਂ ਬਾਰੇ ਪੜ੍ਹਦੇ ਹਾਂ। ਦੁੱਲਾ ਭੱਟੀ ਕਿੱਥੋਂ ਦਾ ਜੰਮਪਲ ਸੀ? ਸੰਦਲਵਾਰ ਦਾ। ਦੁੱਲੇ ਭੱਟੀ ਦੇ ਪਿਤਾ ਦਾ ਨਾਂ ਕੀ ਸੀ? ਫਰੀਦ ਖਾਂ। ਦੁੱਲੇ ਭੱਟੀ ਦਾ ਪਰਿਵਾਰ ਕਿਹਨਾਂ ਨਾਲ ਸੰਬੰਧਿਤ ਸੀ? ਭੱਟੀ ਰਾਜਪੂਤਾਂ ਨਾਲ। ਦੁੱਲੇ ਦੇ ਪਿਓ ਦਾਦੇ ਕਿਹੋ ਜਿਹੇ ਸਨ? ਤਾਕੜੇ ਤੇ ਅਣਖੀਲੇ। ਦੁੱਲੇ ਭੱਟੀ ਦੇ ਦਾਦੇ ਦਾ ਨਾਂ ਕੀ ਸੀ? ਸਾਂਦਲ, ਜਿਹੜਾ ਅਸੀਂ ਸਾਂਦਲਵਾਰ ਕਹਿੰਦੇ ਹਾਂ, ਇਹਦੇ ਦਾਦਾ ਜੀ ਦੇ ਨਾਮ 'ਤੇ ਰੱਖਿਆ ਗਿਆ ਉਸ ਇਲਾਕੇ ਦਾ ਨਾਮ। ਦੁੱਲੇ ਭੱਟੀ ਦੇ ਪਿਓ ਤੇ ਦਾਦੇ ਨੂੰ ਕਿਸ ਨੇ ਮਰਵਾਇਆ ਸੀ? ਅਕਬਰ ਨੇ। ਮਾਰਨ ਮਗਰੋਂ ਦੁੱਲੇ ਭੱਟੀ ਦੀਆਂ ਲਾਸ਼ਾਂ ਨੂੰ ਜਾਂ ਦੁੱਲੇ ਭੱਟੀ ਦੀ ਲਾਸ਼ ਨੂੰ ਕਿੱਥੇ ਟੰਗਿਆ ਗਿਆ ਸੀ? ਸ਼ਹਿਰ ਦੇ ਮੁੱਖ ਦਰਵਾਜ਼ੇ 'ਤੇ। ਦੁੱਲਾ ਭੱਟੀ ਕਿਸ ਦੇ ਵਿਰੁੱਧ ਰੋਹ ਨਾਲ ਭਰਿਆ ਹੋਇਆ ਸੀ? ਮੁਗਲਾਂ ਦੇ। ਅਕਬਰ ਦੇ ਪੁੱਤਰ ਦਾ ਕੀ ਨਾਂ ਸੀ? ਸ਼ਹਿਜ਼ਾਦਾ ਸਲੀਮ ਜਾਂ ਸੇਖੂ। ਸ਼ਹਿਜ਼ਾਦਾ ਸਲੀਮ ਨੇ ਕਿਸ ਦੀ ਮਾਂ ਦਾ ਦੁੱਧ ਚੁੰਘਿਆ ਸੀ? ਦੁੱਲੇ ਦੀ ਮਾਂ ਦਾ। ਸ਼ਹਿਜ਼ਾਦਾ ਸਲੀਮ ਕਿਸ ਤੋਂ ਬਾਗੀ ਹੋ ਗਿਆ ਸੀ? ਆਪਣੇ ਪਿਤਾ ਅਕਬਰ ਤੋਂ। ਸ਼ਹਿਜ਼ਾਦਾ ਸਲੀਮ ਨੇ ਕਿਸ ਨੂੰ ਅਕਬਰ ਦੇ ਖਿਲਾਫ ਉਸਕਾਇਆ ਸੀ? ਦੁੱਲੇ ਭੱਟੀ ਨੂੰ। ਦੁੱਲੇ ਭੱਟੀ ਦਾ ਸੁਭਾਅ ਕਿਹੋ ਜਿਹਾ ਸੀ? ਬਾਗੀ ਤਬੀਅਤ, ਆਜ਼ਾਦ ਤਬੀਅਤ।
ਦੁੱਲਾ ਕਿਸ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ? ਪਿਓ ਦਾਦੇ ਦੇ ਕਤਲਾਂ ਦਾ। ਦੁੱਲੇ ਦੇ ਚਾਚੇ ਦਾ ਨਾਮ ਕੀ ਸੀ? ਜਲਾਲਦੀਨ ਜਾਂ ਜਲਾਲੂਦੀਨ ਵੀ ਕਿਹਾ ਜਾਂਦਾ ਬਹੁਤ ਸਾਰੇ ਕਿੱਸਿਆਂ ਵਿੱਚ। ਦੁੱਲਾ ਲੁੱਟ ਦਾ ਹਿੱਸਾ ਕਿਹਨਾਂ ਵਿੱਚ ਵੰਡ ਦਿੰਦਾ ਸੀ? ਗਰੀਬਾਂ ਵਿੱਚ। ਦੁੱਲਾ ਕਿਹੋ ਜਿਹਾ ਵਿਅਕਤੀ ਸੀ? ਪਰ ਉਪਕਾਰੀ। ਕਿਸ ਨੇ ਅਕਬਰ ਕੋਲ ਦੁੱਲੇ ਵਿਰੁੱਧ ਸ਼ਿਕਾਇਤ ਕੀਤੀ ਸੀ? ਦੁੱਲੇ ਦੇ ਚਾਚੇ ਜਲਾਲਦੀਨ ਨੇ। ਕਿਸ ਨੇ ਦੁੱਲੇ ਨੂੰ ਬਚਾਉਣ ਲਈ ਮੁਗਲ ਸੈਨਾਪਤੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ? ਇੱਕ ਗਵਾਲਣ ਨੇ। ਦੁੱਲੇ ਨੂੰ ਕਿੱਥੇ ਫਾਂਸੀ ਦਿੱਤੀ ਗਈ? ਲਾਹੌਰ ਵਿੱਚ। ਦੁੱਲੇ ਨੇ ਜਿਸ ਗਰੀਬ ਕੁੜੀ ਦਾ ਵਿਆਹ ਕਰਕੇ ਪੁੰਨ ਖੱਟਿਆ ਸੀ ਉਸ ਦਾ ਜ਼ਿਕਰ ਕਿੱਥੇ ਮਿਲਦਾ ਹੈ? ਲੋਹੜੀ ਦਾ ਗੀਤ, ਜਿਵੇਂ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ। ਸੁੰਦਰੀ ਤੇ ਮੁੰਦਰੀ, ਇਹ ਦੋ ਧੀਆਂ ਦਾ ਕਿੱਸਾ ਵੀ ਬੇਟਾ ਅਸੀਂ ਸੁਣਦੇ ਹਾਂ। ਸੁੰਦਰ ਕਿਹਾ ਗਿਆ ਨਾ, ਸੁੰਦਰੀ ਤੇ ਮੁੰਦਰੀ। ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ। ਦੁੱਲਾ ਭੱਟੀ ਵਾਲਾ। ਇਹ ਕਿੱਸੇ ਦੇ ਵਿੱਚ ਅਸੀਂ ਦੋ ਕੁੜੀਆਂ ਦੇ ਨਾਮ ਵੀ ਸੁਣਦੇ ਹਾਂ। ਲੋਹੜੀ ਨੂੰ ਗਾਏ ਜਾਂਦੇ ਪ੍ਰਸਿੱਧ ਲੋਕ ਗੀਤ ਸੁੰਦਰ ਮੁੰਦਰੀਏ ਵਿੱਚ ਕਿਸ ਲੋਕ ਨਾਇਕ ਦਾ ਜ਼ਿਕਰ ਆਇਆ ਹੈ? ਉਹ ਹੈ ਦੁੱਲਾ ਭੱਟੀ। ਸੋ ਬੇਟਾ ਇਹ ਸਨ ਤੁਹਾਡੇ 11ਵੀਂ ਕਲਾਸ ਦੀ ਪਾਠ ਪੁਸਤਕ ਵਿੱਚ ਦਿੱਤੇ ਗਏ 3 ਕਿੱਸੇ। ਜਿਹੜਾ ਅਸੀਂ ਹੁਣ ਪੜ੍ਹਿਆ ਹੈ ਉਹ ਹੈ ਦੁੱਲਾ ਭੱਟੀ, ਅਤੇ ਇਸ ਤੋਂ ਉੱਪਰ ਜਿਹੜਾ ਅਸੀਂ ਕਿੱਸਾ ਪੜ੍ਹਿਆ ਹੈ ਉਹ ਹੈ ਰਾਜਾ ਰਸਾਲੂ। ਰਾਜਾ ਰਸਾਲੂ ਤੋਂ ਉੱਪਰ ਜਿਹੜਾ ਅਸੀਂ ਕਿੱਸਾ ਮੇਨ ਪੜ੍ਹਿਆ ਹੈ ਉਹ ਸਿਆਲਕੋਟ ਦੇ ਰਾਜੇ ਦੇ ਘਰ ਜਨਮ ਲਏ ਹੋਏ ਪੁੱਤਰ ਦਾ ਕਿੱਸਾ, ਉਸ ਦਾ ਨਾਮ ਹੈ ਪੂਰਨ ਭਗਤ। ਅਤੇ ਪੂਰਨ ਭਗਤ ਦੇ ਕਿੱਸੇ ਤੋਂ ਉੱਪਰ ਅਸੀਂ ਜੋ ਦੰਤ ਕਥਾਵਾਂ ਕੀ ਹੁੰਦੀਆਂ ਹਨ ਉਹਨਾਂ ਦੇ ਨਾਲ ਸੰਬੰਧਿਤ ਇੰਟਰੋਡਕਸ਼ਨ ਪੜ੍ਹੀ ਹੈ। ਸੋ ਬੇਟਾ ਇਹਨਾਂ ਦੰਤ ਕਥਾਵਾਂ ਨੂੰ ਵਧੇਰੇ ਹੋਰ ਡੂੰਘਾਈ ਨਾਲ ਜਾਣਨ ਲਈ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਜ਼ਰੂਰ ਪੜ੍ਹਨਾ ਹੈ। ਸੋ ਦੰਤ ਕਥਾਵਾਂ ਦੀ ਇਹ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤਾਂ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।